ਵਾਹਿਗੁਰੂ। ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਸਤ ਸੰਗਤ ਦੀ ਘੜੀ ਬਖਸ਼ੀ। ਸਾਥ ਸਿਮਰਨ ਜਦੋਂ ਕਰਦੇ ਹਾਂ, ਇਹ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਅੰਦਰ ਨੂੰ ਸਾਹ ਲੈਣਾ ਆ, ਗੁਰੂ ਕਹਿ ਕੇ ਤਾਂ ਅਸੀਂ ਬਾਹਰ ਸਾਹ ਕੱਢਿਆ ਹੀ ਹੁੰਦਾ ਹੈ, ਅਤੇ ਅੰਦਰ ਨੂੰ ਜਦੋਂ ਸਾਹ ਹੁੰਦਾ ਹੈ ਕਿ ਵਾਲਾ ਜ਼ੋਰ ਲਾਉਣ ਦੀ ਲੋੜ ਨਹੀਂ ਹੁੰਦੀ। ਉਹ ਸਿਰਫ ਤੁਹਾਡੇ ਧਿਆਨ ਸਾਹ ਵਿੱਚ ਜਾਏ ਅਤੇ ਵਾਹੇ ਮੱਲੋ ਮੱਲੀ ਤੁਹਾਡੇ ਤੋਂ ਕਹਿ ਹੋਵੇ, ਅਰਥਾਤ ਕਿ ਵਾਲਾ ਜ਼ੋਰ ਲਾਉਣ ਦੀ ਲੋੜ ਨਹੀਂ ਹੁੰਦੀ। ਸਰੀਰ ਦੁਆਰਾ ਆਟੋਮੈਟਿਕ ਹੀ ਸੁਰਤੀ ਵਾਹੇ ਕਵੇ ਜਦੋਂ ਸਾਹ ਅੰਦਰ ਨੂੰ ਜਾਂਦਾ। ਇੱਦਾਂ ਫਿਰ ਗਿਆਨ ਇੰਦਰੀਆਂ ਦਾ ਇਸਤੇਮਾਲ ਕਰਦੇ ਜਾਪ ਕਰਨ, ਅਤੇ ਫਿਰ ਸਾਡਾ ਮਨ ਬੜੇ ਛੇਤੀ ਇੱਦਾਂ ਸਹਿਜ ਵਿੱਚ ਚਲੇ ਜਾਂਦਾ ਹੈ। ਕਈ ਗੁਰਮੁਖ ਸੁਣ 'ਚ ਸਮਾ ਜਾਂਦੇ ਆ, ਅਤੇ ਜਦੋਂ ਅੰਤਰਗਤ ਜਾਣਾ ਹੁੰਦਾ, ਅੰਤਰਗਤ ਇਸ ਤਰੀਕੇ ਨਾਲ ਅਭਿਆਸ ਕਰੀ ਜਾਣਾ ਜਿੱਥੇ ਜਾ ਕੇ ਅਨਹਦ ਸ਼ਬਦ ਚੱਲਣ ਲੱਗ ਪੈਂਦੇ ਆ। ਜਿਉਂ ਜਿਉਂ ਤੁਸੀਂ ਗੁਰਮੰਤਰ ਦਾ ਅਭਿਆਸ ਅੰਤਰਗਤ ਕਰ ਰਹੇ ਆ, ਉੱਥੇ ਫਿਰ ਗੁਰਮੰਤਰ ਤੋਂ ਧਿਆਨ ਬਦਲ ਦੇਣਾ ਆ ਅਨਹਦ ਸ਼ਬਦਾਂ ਵੱਲ ਨੂੰ, ਅਨਹਦ ਸ਼ਬਦਾਂ ਵਿੱਚ ਧਿਆਨ ਲਾ ਲੈਣਾ। ਸੋ ਜੋ ਇੰਡੀਆ ਦੇ ਵਿੱਚ ਹੋ ਰਿਹਾ ਆ, ਪੰਜਾਬ ਦੇ ਕਿਸਾਨ, ਹਰਿਆਣੇ ਦੇ ਅਤੇ ਇੰਡੀਆ ਦੇ ਜਿਹੜੇ ਕਿਸਾਨ ਆ ਇਕੱਠੇ ਹੋਏ ਆ, ਦਿੱਲੀ ਨੂੰ ਘੇਰਾ ਤਕਰੀਬਨ ਪਾਇਆ ਹੋਇਆ, ਸਾਰਿਆਂ ਦਾ ਧਿਆਨ ਉੱਧਰ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਹੁਣ ਸਮਝਾਇਆ ਹੋਇਆ ਕਿ ਕਲਯੁਗ ਦੇ ਵਿੱਚ ਜਿਹੜੇ ਰਾਜੇ ਆ, ਇਹਨਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇਹ ਅੰਨੇ ਨੇ, ਲੋਕਾਂ 'ਤੇ ਇਹ ਜ਼ੁਲਮ ਕਰਨ ਵਾਲੇ ਆ। ਅਤੇ ਮਹਾਰਾਜ ਨੇ ਤਾਂ ਗੁਰਬਾਣੀ 'ਚ ਸਮਝਾਇਆ, ਕਹਿੰਦੇ ਨਾਉ ਫਕੀਰੇ ਪਾਤਸ਼ਾਹ ਮੂਰਖ ਪੰਡਿਤ ਨਾਉ, ਕਿ ਜਿਹੜਾ ਕਲਯੁਗ ਆ, ਇਸ ਸਮੇਂ ਦੇ ਵਿੱਚ ਕਲਯੁਗ ਦੇ ਵਿੱਚ ਜਿਹੜਾ ਫਕੀਰ ਮਤਲਬ ਕਿ ਗਰੀਬ, ਗੁਣਾਂ ਤੋਂ ਹੀਣਾ, ਨਾਮ ਤੋਂ ਹੀਣਾ, ਉਹਨੂੰ ਚੱਕ ਕੇ ਰਾਜਾ ਬਣਾਇਆ ਜਾਂਦਾ ਹੈ ਕਲਯੁਗ ਦੇ ਵਿੱਚ। ਜਿਹੜੇ ਮੂਰਖ ਲੋਕ ਆ, ਉਹਨਾਂ ਨੂੰ ਵਿਦਵਾਨ ਸਮਝਿਆ ਜਾਂਦਾ। ਨਾਉ ਫਕੀਰ ਪਾਤਸ਼ਾਹ ਮੂਰਖ ਪੰਡਿਤ ਨਾਉ, ਅੰਧੇ ਕਾ ਨਾਉ ਪਾਰਖੂ ਇਵੈ ਕਰੇ ਗਵਾਓ। ਜਿਹੜਾ ਅੰਨਾ ਹੁੰਦਾ, ਉਹਨੂੰ ਕਹਿੰਦੇ ਆ ਕਲਯੁਗ ਦੇ ਵਿੱਚ ਕਿ ਇਹ ਪਾਰਖੂ ਆ, ਇਹ ਪਰਖ ਕਰੂਗਾ, ਇਹ ਦੱਸੂਗਾ ਹੀਰੇ ਦੀ ਕੀਮਤ ਕਿੰਨੀ ਹੈ। ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਂ। ਕਲਯੁਗ ਦੇ ਵਿੱਚ ਲੋਕ ਇਹੋ ਜਿਹਾ ਲੀਡਰ ਰੱਖ ਲੈਂਦੇ ਆ ਜਿਹੜਾ ਸਾਰਿਆਂ ਨਾਲੋਂ ਸ਼ਰਾਰਤੀ ਹੁੰਦਾ, ਇਲਤੀ ਹੁੰਦਾ ਹੈ, ਸਾਰੇ ਪਾਸੇ ਝੂਠ ਚੱਲ ਰਿਹਾ ਹੁੰਦਾ। ਨਾਨਕ ਗੁਰਮੁਖ ਜਾਣੀਏ ਕਲ ਕਾ ਇਹੋ ਨਿਆਓ। ਗੁਰਮੁਖਾਂ ਨੂੰ ਇਹ ਜਾਣਕਾਰੀ ਹੈ ਕਿ ਕਲਯੁਗ ਦੇ ਵਿੱਚ ਇਹੋ ਜਿਹਾ ਨਿਆਂ ਆ। ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਸਾਨੂੰ ਕਲਯੁਗ ਦੇ ਵਿੱਚ ਸਮਝਾ ਦਿੱਤਾ ਕਿ ਕਿਵੇਂ ਦੇ ਇੱਥੇ ਰਾਜੇ ਹੁੰਦੇ ਆ ਸੰਸਾਰ ਵਿੱਚ, ਅਤੇ ਸਹਿਜੇ ਕੀਤੇ ਇਹਨਾਂ ਦਾ ਵਿਸ਼ਵਾਸ ਅਸੀਂ ਕਰ ਨਹੀਂ ਸਕਦੇ। ਇੱਦਾਂ ਹੀ ਮਹਾਰਾਜ ਨੇ ਕਿਰਪਾ ਕੀਤੀ ਕਿ ਜਿਹੜੇ ਲੋਕ ਸਤੋਗੁਣੀ ਆ, ਹਜੇ ਕਰਪਟ ਨਹੀਂ ਹੋਏ, ਜਿਹੜੇ ਚੰਗੇ ਲੋਕ ਨੇ, ਜਿਹੜੇ ਹੱਕ ਸੱਚ ਲਈ ਲੜਨਾ ਜਾਣਦੇ ਆ, ਉਹ ਸਾਰੇ ਇਕੱਠੇ ਹੋਏ ਅਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੋਈ ਹੈ ਕਿ ਜੋ ਕਾਨੂੰਨ ਕਿਸਾਨਾਂ ਦੇ ਖਿਲਾਫ ਜਾਂਦਾ ਆ, ਜੋ ਕਾਨੂੰਨ ਪ੍ਰਜਾ ਲਈ ਗਲਤ ਆ, ਉਹਦੇ ਵਿਰੁੱਧ ਆਵਾਜ਼ ਉਠਾਈ ਜਾਏ। ਇਹ ਜਿਹੜਾ ਜਜ਼ਬਾ ਹੁੰਦਾ ਆ, ਸਪਿਰਿਟ ਹੁੰਦਾ ਆ, ਇਹ ਸਾਡੇ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸ਼ਹੀਦਾਂ ਨੇ, ਇਹ ਸਾਡੇ ਵਿੱਚ ਭਰਿਆ ਹੋਇਆ। ਉਹਨਾਂ ਦੀ ਪ੍ਰੇਰਨਾ ਸਦਕਾ ਇਹਦਾ ਜਿਹੜੇ ਲੋਕ ਆ ਉਹ ਉੱਠ ਕੇ ਖੜ੍ਹੇ ਹੋਏ ਆ। ਜਿੱਥੇ ਰਾਹ ਦੇ ਵਿੱਚ ਕੋਈ ਰੁਕਾਵਟ ਵੀ ਪਾਈ, ਉਹਨਾਂ ਨੇ ਉਹਨਾਂ ਰੁਕਾਵਟਾਂ ਨੂੰ ਪਾਰ ਕਰਕੇ ਦਿੱਲੀ
ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਤੇ ਪਹੁੰਚੇ। ਐਸੇ ਹੀ ਸਾਡੇ ਜਿਹੜੇ ਮਨ ਆ, ਇਹਨਾਂ ਨੂੰ ਸਪਿਰਿਟ ਮਿਲਦੀ ਆ ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ, ਜਦੋਂ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੀ ਸ਼ਹੀਦਾਂ ਦੀ ਕੁਰਬਾਨੀਆਂ ਪੜ੍ਹਦੇ ਹਾਂ, ਸਾਡੇ ਅੰਦਰ ਉਹ ਜਿਹੜਾ ਸਪਿਰਿਟ ਆ ਜਾਗ ਪੈਂਦਾ ਆ। ਇਹ ਮਹਾਰਾਜ ਦੀ ਦੇਣ ਆ ਸੰਸਾਰ ਨੂੰ। ਸਾਡੇ ਅੰਦਰ ਹੱਕ ਸੱਚ ਲਈ ਲੜਨ ਦਾ ਜਿਹੜਾ ਜਜ਼ਬਾ ਆ, ਸਪਿਰਿਟ ਆ, ਉਹ ਸਾਡੇ ਵੱਡੇ ਵਡੇਰਿਆਂ ਨੇ ਸਾਡੇ ਵਿੱਚ ਭਰਿਆ। ਸੋ ਮਹਾਰਾਜ ਦੀ ਕਿਰਪਾ ਆ। ਬਾਕੀ ਇਹ ਕਿ ਜਦੋਂ ਅਸੀਂ ਦੇਖਦੇ ਹਾਂ ਸਾਡਾ ਧਿਆਨ ਮੱਲੋ ਮੱਲੀ ਉਸ ਗੱਲ ਵੱਲ ਨੂੰ ਜਾ ਰਿਹਾ, ਕਿਉਂਕਿ ਇਹ ਇੱਕ ਹਿਸਟੋਰਿਕ ਮੂਮੈਂਟ ਆ ਹਿਸਟਰੀ ਦੇ ਵਿੱਚ। ਇਟਸ ਹਿਸਟਰੀ ਇਨ ਦ ਮੇਕਿੰਗ। ਜਿਸ ਦੇਸ਼ ਦੇ ਵਿੱਚ ਜਿਸ ਗਵਰਨਮੈਂਟ ਜਿਹੜੇ ਇਲੈਕਟ ਕੀਤੀਆਂ ਜਾਂਦੀਆਂ, ਖਾਸ ਕਰਕੇ ਉਹਨਾਂ ਕੰਟਰੀਆਂ ਦੇ ਵਿੱਚ ਜਿਹੜੇ ਮੀਡੀਆ ਦਾ ਇਸਤੇਮਾਲ ਕਰਕੇ ਪ੍ਰੋਪੇਗੈਂਡਾ ਕਰਦੇ ਆ, ਜਿਹੜੇ ਮੀਡੀਆ ਦਾ ਇਸਤੇਮਾਲ ਕਰਕੇ ਆਪਣੀਆਂ ਖਾਮੀਆਂ ਲੁਕਾਉਂਦੇ ਆ ਕਿ ਬਾਕੀ ਦੁਨੀਆ ਨੂੰ ਕਦੇ ਪਤਾ ਨਾ ਲੱਗੇ ਕਿ ਸਾਡੇ 'ਚ ਕੀ ਘਾਟਾਂ ਨੇ, ਕਿਹੜੇ ਅਸੀਂ ਜ਼ੁਲਮ ਕਰਦੇ ਹਾਂ, ਕਿਹੜੇ ਅਸੀਂ ਗੁਨਾਹ ਕਰਦੇ ਹਾਂ, ਉਹ ਦੁਨੀਆ ਨੂੰ ਪਤਾ ਨਾ ਲੱਗੇ। ਉਹ ਜਗ ਜ਼ਾਹਰ ਹੋ ਰਹੀਆਂ ਆ ਸੋਸ਼ਲ ਮੀਡੀਆ ਰਾਹੀਂ, ਕਿਉਂਕਿ ਲੋਕ ਇਹ ਉੱਠ ਕੇ ਖੜ੍ਹੇ ਹੋਏ ਆ। ਜਗਤ ਨੂੰ ਪਤਾ ਲੱਗ ਰਿਹਾ ਕਿ ਕੀ ਉੱਥੇ ਹੋ ਰਿਹਾ, ਸਾਰਿਆਂ ਦਾ ਧਿਆਨ ਉੱਥੇ ਫਿਰ ਜਾਂਦਾ। ਪਿਤਾ ਜੀ ਸਾਨੂੰ ਸਮਝਾਉਂਦੇ ਹੁੰਦੇ ਸੀਗੇ ਕਿ ਜੇ ਫਰਜ਼ ਕੀਤਾ ਕਿ ਕਿਸੇ ਨੇ ਕੋਈ ਕੰਮ ਕਰਨਾ ਦੁਨੀਆ ਦੇ ਵਿੱਚ, ਕੋਈ ਕਾਰਜ ਕਰਨਾ ਆ, ਅਤੇ ਉਹ ਬਾਹਰ ਨੂੰ ਜਾਵੇ ਅਤੇ ਪਰਿਵਾਰ ਜਿਹੜਾ ਪਿੱਛੇ ਬੈਠ ਕੇ ਉਹਦਾ ਧਿਆਨ ਲਾ ਕੇ ਸਿਮਰਨ ਕਰੇ, ਜਿਹੜਾ ਉਹ ਕਾਰਜ ਕਰਨ ਗਿਆ ਹੁੰਦਾ ਜੀਵ, ਉਹ ਸਫਲ ਹੋ ਜਾਂਦਾ। ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕਿਸੇ ਦੀ ਚਿੰਤਾ ਜੇ ਕਰਦੇ ਹਾਂ, ਪਰਿਵਾਰ ਦਾ ਮੈਂਬਰ ਹੋਵੇ ਜਾਂ ਕੋਈ ਜੀਵ ਐਸਾ ਹੈ ਕਿ ਉਹ ਕੋਈ ਕੰਮ ਕਰਨ ਗਿਆ ਆ, ਜਾਂ ਕੋਈ ਦੂਰ ਹੋਵੇ ਜਿਹਦੇ ਨਾਲ ਗੱਲਬਾਤ ਨਹੀਂ ਹੁੰਦੀ, ਸਾਡਾ ਮੱਲੋ ਮੱਲੀ ਉੱਥੇ ਧਿਆਨ ਜਾਂਦਾ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਸਿਮਰਨ ਦੁਆਰਾ ਸਾਡੇ ਮਨ ਨੂੰ ਸ਼ਾਂਤੀ ਆਉਣੀ, ਅਤੇ ਅਸੀਂ ਉਸ ਵੇਲੇ ਜੇ ਧਿਆਨ ਉੱਧਰਲੇ ਪਾਸੇ ਨੂੰ ਲੈ ਕੇ ਜਾਂਦੇ ਜਿਹੜਾ ਜੀਵ ਗਿਆ ਹੋਇਆ ਬਾਹਰ ਨੂੰ, ਅਤੇ ਜਦੋਂ ਅਸੀਂ ਕਿਸੇ ਬਾਰੇ ਵੀ ਸੋਚਦੇ ਹਾਂ ਅਤੇ ਅਸੀਂ ਸਿਮਰਨ ਕਰਦੇ, ਉਹਦੇ ਮਨ ਨੂੰ ਵੀ ਸ਼ਾਂਤੀ ਆਉਂਦੀ ਹੈ। ਦੂਜਾ, ਜੇਕਰ ਇੱਕ ਜੀਵ ਪਰਿਵਾਰ ਦਾ ਮੈਂਬਰ ਬਾਹਰ ਗਿਆ ਕੋਈ ਕਾਰਜ ਕਰਨ, ਅਤੇ ਸਾਰਾ ਪਰਿਵਾਰ ਇਕੱਠਾ ਬਹਿ ਕੇ ਉਹਦਾ ਧਿਆਨ ਧਰ ਕੇ ਸਿਮਰਨ ਕਰਦੇ, ਉਹਦਾ ਕਾਰਜ ਹਮੇਸ਼ਾ ਜਿਹੜਾ ਆ ਸਫਲ ਹੁੰਦਾ ਆ। ਤਾਂ ਮਹਾਰਾਜ ਨੇ ਸਾਨੂੰ ਗੁਰਬਾਣੀ 'ਚ ਸਮਝਾਇਆ ਹੋਇਆ ਕਿ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕੋਈ ਵਿਘਨ ਨਹੀਂ ਲੱਗ ਸਕਦਾ। ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਧਨ ਜਾਗੈ। ਕਿ ਪ੍ਰਭੂ ਦੇ ਸਿਮਰਨ ਕਰਨ ਨਾਲ ਕੋਈ ਵਿਘਨ ਨਹੀਂ ਲੱਗਦਾ, ਕੋਈ ਰੁਕਾਵਟ ਨਹੀਂ ਹੁੰਦੀ। ਪ੍ਰਭੂ ਦੇ ਸਿਮਰਨ ਕਰਨ ਨਾਲ ਜਿਹੜਾ ਮਨ ਆ ਅੰਦਨ ਜਾਗਣ ਲੱਗ ਪੈਂਦਾ ਆ, ਤ੍ਰੈਗੁਣ ਤੋਂ ਅਤੀਤ ਹੋ ਜਾਂਦਾ। ਇੱਦਾਂ ਹੀ ਸਾਡਾ ਜੇ ਧਿਆਨ ਉੱਥੇ ਜਾਂਦਾ ਹੈ ਜੋ ਇੰਡੀਆ ਦੇ ਵਿੱਚ ਹੋ ਰਿਹਾ ਆ, ਇਹ ਇੱਕ ਪਾਵਰ ਉਹਨਾਂ ਲਈ ਵੀ ਬਣ ਜਾਂਦੀ ਹੈ। ਜੇ ਅਸੀਂ ਸਿਮਰਨ ਕਰਦੇ ਹਾਂ ਅਤੇ ਯਾਦ ਕਰਦੇ ਹਾਂ ਕਿ ਸਾਡੇ ਰਿਸ਼ਤੇਦਾਰ, ਪਰਿਵਾਰ ਜਾਂ ਕੋਈ ਵੀ ਜੀਵ ਗਿਆ ਹੋਇਆ ਅੰਦੋਲਨ ਕਰਨ, ਅਤੇ ਉਹਨਾਂ ਦੀ ਸੁਰੱਖਿਆ ਹੋਵੇ, ਸਾਡੇ ਮਨ 'ਚ ਚਿੰਤਾ ਆ, ਜੇ ਅਸੀਂ ਅਭਿਆਸ ਰੋਕਦੇ ਨਹੀਂ, ਅਸੀਂ ਆਪਣਾ ਸਿਮਰਨ ਕਰੀ ਜਾਂਦੇ ਹਾਂ, ਸਾਡਾ ਧਿਆਨ ਉੱਧਰ ਜਾਂਦਾ, ਉਹਨਾਂ ਨੂੰ ਵੀ ਹੈਲਪ ਮਿਲਦੀ ਹੈ। ਸਿਮਰਨ ਅਭਿਆਸ ਦੁਆਰਾ ਸਾਡਾ ਜਿਹੜਾ ਮਨ ਹੈ ਉਹ ਸ਼ਾਂਤ ਹੁੰਦਾ ਹੈ ਅਤੇ ਦੂਜੇ ਨੂੰ ਵੀ ਤਾਕਤ ਮਿਲਦੀ ਹੈ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਗੁਰਬਾਣੀ ਵਿੱਚ, ਨਾਮ ਲੈਤ ਕਿਛ ਬਿਘਨ ਨਾ ਲਾਗੈ, ਨਾਮ ਸੁਣਤ ਜਮ ਦੂਰੋਂ ਭਾਗੈ। ਕਿ ਜਦੋਂ ਅਸੀਂ ਹਰੀ ਦੇ ਨਾਮ ਦੇ ਨਾਲ ਜੁੜਦੇ ਹਾਂ, ਕੋਈ ਵਿਘਨ ਨਹੀਂ ਲੱਗਦਾ। ਜਦੋਂ ਨਾਮ ਨੂੰ ਅਸੀਂ ਸੁਣਦੇ ਹਾਂ, ਜਿਹੜੇ ਜਮ ਆ ਉਹ ਦੂਰੋਂ ਭੱਜ ਜਾਂਦੇ ਆ। ਨਾਮ ਲੈਤ ਸਭ ਦੁੱਖੈ ਨਾਸ, ਜਦੋਂ ਅਸੀਂ ਨਾਮ ਲੈਂਦੇ ਹਾਂ ਹਰੀ ਦਾ, ਸਾਰੇ ਦੁੱਖ ਜਿਹੜੇ ਆ ਉਹ ਨਾਸ ਹੋ ਜਾਂਦੇ ਆ। ਨਾਮ ਜਪਤ ਹਰ ਚਰਨ ਨਿਵਾਸ, ਜਦੋਂ ਅਸੀਂ ਨਾਮ ਜਪਦੇ ਹਾਂ ਅਤੇ ਹਰੀ ਦੇ ਚਰਨਾਂ ਵਿੱਚ ਨਾਮ ਅੰਦਰੋਂ ਪ੍ਰਗਟ ਹੁੰਦਾ ਆ, ਉਸ ਦੇ ਵਿੱਚ ਫਿਰ ਸਾਡਾ ਨਿਵਾਸ ਹੋ ਜਾਂਦਾ। ਮਹਾਰਾਜ ਸਮਝਾਉਂਦੇ ਨੇ ਗੁਰਬਾਣੀ 'ਚ, ਕਹਿੰਦੇ ਨਿਰਵਿਘਨ ਭਗਤ ਭਜ ਹਰ ਹਰ ਨਾਉ। ਕਹਿੰਦੇ ਭਗਤ ਜਿਹੜੇ ਆ ਉਹਨਾਂ ਦੇ ਵਿਘਨ ਜਿਹੜੇ ਆ ਕੱਟੇ ਜਾਂਦੇ ਆ, ਕੋਈ ਵਿਘਨ ਉਹਨਾਂ ਦੇ ਸਾਹਮਣੇ ਨਹੀਂ ਆਉਂਦਾ। ਨਿਰਵਿਘਨ ਭਗਤ ਭਜ ਹਰ ਹਰ ਨਾਉ,
ਕਿ ਉਹ ਹਰੀ ਦਾ ਭਜਨ ਕਰਦੇ ਆ, ਹਰੀ ਦੇ ਨਾਮ ਦੇ ਨਾਲ ਜੁੜਦੇ ਆ। ਰਸਕ ਰਸਕ ਹਰ ਕੇ ਗੁਣ ਗਾਓ। ਉਹ ਹਰੀ ਦੇ ਨਾਮ ਦੇ ਵਿੱਚ ਭਿੱਜੇ ਹੋਏ ਆ ਤੇ ਉਹ ਹਰੀ ਦੇ ਗੁਣ ਗਾਉਂਦੇ ਆ। ਰਹਾਓ ਹਰ ਸਿਮਰਤ ਕਿਛ ਚਾਖ ਨਾ ਜੋ ਹੈ। ਕਈ ਵਾਰੀ ਲੋਕੀ ਕਹਿ ਦਿੰਦੇ ਦੁਨੀਆ ਦੇ ਵਿੱਚ ਕਿ ਜੀ ਬੁਰੀ ਨਜ਼ਰ ਨਾ ਲੱਗ ਜਾਏ ਮੇਰੇ ਕੰਮ ਤੇ, ਮੈਨੂੰ ਬੁਰੀ ਨਜ਼ਰ ਨਾ ਕਿਸੇ ਦੀ ਲੱਗ ਜਾਏ। ਮਾਰੇ ਕਹਿੰਦੇ ਹਰ ਸਿਮਰਤ ਕਿਛ ਝਾਖ ਨਾ ਜੋ ਹੈ। ਕਹਿੰਦੇ ਬੁਰੀ ਨਜ਼ਰ ਤੁਹਾਨੂੰ ਲੱਗ ਹੀ ਨਹੀਂ ਸਕਦੀ ਜੇ ਤੁਸੀਂ ਹਰੀ ਦਾ ਸਿਮਰਨ ਕਰਦੇ ਆ। ਹਰ ਸਿਮਰਤ ਦੈਤ ਦਿਓ ਨਾ ਪੋ ਹੈ। ਜਿਹੜੇ ਦੈਂਤ ਆ, ਜਿਹੜੇ ਰਾਖਸ਼ ਆ, ਉਹ ਤੁਹਾਨੂੰ ਪੋਹ ਨਹੀਂ ਸਕਦੇ, ਟੱਚ ਨਹੀਂ ਕਰ ਸਕਦੇ, ਤੁਹਾਨੂੰ ਛੂਹ ਨਹੀਂ ਸਕਦੇ। ਹਰ ਸਿਮਰਤ ਮੋਹ ਮਾਨ ਨਾ ਵਧੈ। ਕਿ ਜਿਹੜਾ ਮੋਹ ਆ, ਅਟੈਚਮੈਂਟ ਦੁਨੀਆ ਦੇ ਨਾਲ, ਹੰਕਾਰ, ਉਹਦੇ ਦੁਆਰਾ ਤੁਹਾਡਾ ਜਿਹੜਾ ਮਨ ਆ ਬੰਨਿਆ ਨਹੀਂ ਜਾ ਸਕਦਾ। ਅਰਥਾਤ ਕਿ ਤੁਸੀਂ ਹੰਕਾਰ ਮੋਹ ਤੋਂ ਉੱਪਰ ਉੱਠ ਜਾਂਦੇ। ਹਰ ਸਿਮਰਤ ਮੋਹ ਮਾਨ ਨਾ ਵਧੈ। ਹਰ ਸਿਮਰਤ ਗਰਭ ਜੋਨ ਨਾ ਰੁਦੈ। ਕਿ ਹਰੀ ਦਾ ਸਿਮਰਨ ਕਰਕੇ ਗਰਭ ਜੂਨ ਤੋਂ ਤੁਸੀਂ ਅਤੀਤ ਹੋ ਜਾਂਦੇ ਆ। ਤੁਹਾਨੂੰ ਮੁੜ ਮੁੜ ਇੱਥੇ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਣਾ ਪਊਗਾ। ਹਰ ਸਿਮਰਨ ਕੀ ਸਗਲੀ ਬੇਲਾ। ਕਈ ਵਾਰੀ ਕਈ ਸਵਾਲ ਪੁੱਛਦੇ ਕਿ ਸਿਮਰਨ ਕਿਹੜੇ ਸਮੇਂ ਕੀਤਾ ਜਾਵੇ, ਸਵੇਰ ਨੂੰ ਕੀਤਾ ਜਾਵੇ, ਸ਼ਾਮ ਨੂੰ ਕੀਤਾ ਜਾਵੇ। ਮਹਾਰਾਜ ਕਹਿੰਦੇ ਆ ਸਾਰੇ ਵੇਲੇ ਜਿਹੜੇ ਆ, ਹਰੇਕ ਵੇਲਾ ਚੰਗਾ ਆ ਹਰੀ ਦਾ ਸਿਮਰਨ ਕਰਨ। ਹਰ ਸਿਮਰਨ ਕੀ ਸਗਲੀ ਵੇਲਾ। ਹਰ ਵਕਤ ਹੀ ਹਰੀ ਦਾ ਸਿਮਰਨ ਕਰਨ ਵਾਲਾ ਸਮਾਂ ਆ। ਹਰ ਸਿਮਰਨ ਬਹੁ ਮਾਹੇ ਇਕੇਲਾ। ਕਹਿੰਦੇ ਕਿ ਬਹੁਤਿਆਂ ਦੀ ਗਿਣਤੀ ਦੇ ਵਿੱਚ ਨਾ ਸਿਮਰਨ ਕਰਨ ਵਾਲਾ ਕੋਈ ਵਿਰਲਾ ਹੀ ਹੁੰਦਾ ਆ। ਜਾਤ ਅਜਾਤ ਜਪੇ ਜਨ ਕੋਏ। ਕਹਿੰਦੇ ਭਾਵੇਂ ਕਿਸੇ ਦੀ ਕੋਈ ਜਾਤ ਆ, ਕੋਈ ਉੱਚੀ ਜਾਤ ਖਵਾਉਂਦਾ ਹੈ, ਕੋਈ ਨੀਵੀਂ ਜਾਤ। ਕਹਿੰਦੇ ਕਿ ਕੋਈ ਵੀ ਉਸ ਹਰੀ ਨੂੰ ਜਪ ਸਕਦਾ। ਜਾਤ ਅਜਾਤ ਜਪੇ ਜਨ ਕੋਏ, ਜੋ ਜਾਪੈ ਤਿਸ ਕੀ ਗਤ ਹੋਏ। ਕਹਿੰਦੇ ਜਿਹੜਾ ਵੀ ਜਾਪ ਕਰੂਗਾ ਉਹਦੀ ਗਤੀ ਹੋਊਗੀ। ਇੱਥੇ ਮਹਾਰਾਜ ਨੇ ਸਮਝਾ ਦਿੱਤਾ ਸਮਾਜ ਮੁਤਾਬਕ। ਕੋਈ ਕਹਿੰਦਾ ਕਿ ਫਲਾਣੇ ਉੱਚੇ ਆ ਜੀ, ਫਲਾਣੇ ਨੀਵੇਂ ਆ। ਦਰਗਾਹ ਦੇ ਵਿੱਚ ਨਹੀਂ ਜਾਤ ਪਾਤ ਨੂੰ ਮਾਨਤਾ ਮਿਲਦੀ। ਜਾਤ ਪਾਤ ਜਿਹੜੀ ਆ ਉਹ ਮਹਾਰਾਜ ਨੇ ਖੰਡਨ ਕੀਤੀ ਹੋਈ ਆ। ਦਰਗਾਹ ਦੇ ਵਿੱਚ ਇਹਨੂੰ ਕੋਈ ਮਾਨਤਾ ਨਹੀਂ ਹੈ। ਕਹਿੰਦੇ ਜਾਤ ਅਜਾਤ ਜਪੈ ਜਨ ਕੋਏ, ਜੋ ਜਾਪੈ ਤਿਸ ਕੀ ਗਤ ਹੋਏ। ਕਹਿੰਦੇ ਜਿਹੜਾ ਵੀ ਜਪੂਗਾ ਉਹਦੀ ਗਤੀ ਹੁੰਦੀ ਆ। ਹੁਣ ਫਿਰ ਮਹਾਰਾਜ ਕਹਿੰਦੇ ਆ ਹਰ ਕਾ ਨਾਮ ਜਪੀਏ ਸਾਧ ਸੰਗ। ਸਾਧੂਆਂ ਦੀ ਸੰਗਤ ਵਿੱਚ ਜਾ ਕੇ, ਸਾਧ ਸੰਗਤ ਵਿੱਚ ਜਾ ਕੇ ਹਰੀ ਦਾ ਨਾਮ ਜਪੋ। ਹਰ ਕੇ ਨਾਮ ਕਾ ਪੂਰਨ ਰੰਗ। ਹਰੀ ਦੇ ਨਾਮ ਦੇ ਵਿੱਚ ਜਦੋਂ ਸਾਡਾ ਮਨ ਭਿੱਜਦਾ ਆ, ਇਹਨੂੰ ਪੂਰਾ ਰੰਗ ਚੜ੍ਹਦਾ ਆ। ਪੂਰੀ ਤਰ੍ਹਾਂ ਪਰਮਾਤਮਾ ਦੇ ਪਿਆਰ ਦੇ ਵਿੱਚ ਇਹ ਲੀਨ ਹੁੰਦਾ ਆ। ਨਾਨਕ ਕੋ ਪ੍ਰਭ ਕਿਰਪਾ ਧਾਰ, ਸਾਸ ਸਾਸ ਹਰ ਦੇਹੋ ਚਿਤਾਰ। ਕਹਿੰਦੇ ਕਿ ਪ੍ਰਭੂ ਸਾਡੇ ਤੇ ਕਿਰਪਾ ਕਰੋ, ਅਸੀਂ ਹਰੇਕ ਸਵਾਸ ਨਾਲ ਤੁਹਾਨੂੰ ਯਾਦ ਕਰੀਏ। ਤਾਂ ਹੀ ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਕਿ ਅਸੀਂ ਸਾਸ ਗ੍ਰਾਸ ਸਿਮਰਨ ਕਰੀਏ, ਸਾਸ ਸਾਸ ਸਿਮਰਨ ਕਰੀਏ। ਜਦੋਂ ਇਸ ਤਰੀਕੇ ਨਾਲ ਅਸੀਂ ਅਭਿਆਸ ਕਰਾਂਗੇ ਤੇ ਸਾਡੇ ਜਿਹੜਾ ਮਨ ਆ ਇਹਨੂੰ ਸ਼ਾਂਤੀ ਆਊਗੀ। ਜੇ ਕੋਈ ਸਾਡਾ ਪਰਿਵਾਰ ਦਾ ਮੈਂਬਰ ਬਾਹਰ ਜਾਂਦਾ ਹੈ ਤੇ ਉਹਦਾ ਅਸੀਂ ਧਿਆਨ ਧਰ ਕੇ ਸਿਮਰਨ ਕਰਦੇ ਹਾਂ ਤੇ ਉਹਨੂੰ ਵੀ ਸਫਲਤਾ ਮਿਲਦੀ ਹੈ। ਉਹਦਾ ਕਾਰਜ ਜਿਹੜਾ ਆ ਸਫਲ ਹੁੰਦਾ ਹੈ। ਹੁਣ ਗੁਰਬਾਣੀ ਦੇ ਵਿੱਚ ਫਿਰ ਸਾਨੂੰ ਪ੍ਰੈਕਟੀਕਲ ਤੌਰ 'ਤੇ ਸਮਝਾਇਆ ਹੋਇਆ ਕਿ ਇਹਦਾ ਨਾਮ ਪ੍ਰਗਟ ਹੁੰਦਾ ਆ ਅੰਦਰ। ਅਤੇ ਵਾਰ-ਵਾਰ ਸਾਨੂੰ ਸਮਝਾਇਆ ਗਿਆ ਆ ਕਿ ਸਾਡੇ ਜਿਹੜੇ ਮਨ ਆ ਇਹ ਤ੍ਰੈ ਗੁਣਾਂ ਦੇ ਘੇਰੇ ਦੇ ਵਿੱਚ ਆਏ ਆ, ਪੰਜਾਂ ਦੂਤਾਂ ਦੇ ਵਸ ਹੋ ਚੁੱਕੇ ਆ। ਮਹਾਰਾਜ ਕਹਿੰਦੇ ਆ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਕਿ ਸਾਡਾ ਮਨ ਜਿਹੜਾ ਹੈ ਪ੍ਰੇਤ ਦੀ ਨਿਆਈ ਹੋ ਗਿਆ ਮਾਇਆ ਦੇ ਨਾਲ ਮੋਹ ਪਾ ਕੇ। ਅਤੇ ਇਸ ਮਾਇਆ ਦੇ ਦੇਸ਼ ਦੇ ਵਿੱਚ ਜਿਹੜੇ ਪੰਜ ਦੂਤ ਆ ਇਹ ਸਿਕਦਾਰ ਨੇ, ਇਹ ਜਰਨੈਲ ਨੇ ਕਾਲ ਦੇ। ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ। ਪਰ ਇਹੀ ਜਿਹੜੇ ਪੰਜ ਜਰਨੈਲ ਆ ਇਹ ਭਗਤਾਂ ਦਾ ਪਾਣੀ ਭਰਦੇ ਆ, ਭਗਤਾਂ ਦੀ ਸੇਵਾ ਦੇ ਵਿੱਚ ਲੱਗਦੇ ਆ। ਪਰ ਬਾਕੀ ਜਿਹੜੀ ਦੁਨੀਆ ਇਹਨਾਂ ਤੋਂ ਦਾਨ ਲੈਂਦੇ ਆ ਸਵਾਸਾਂ ਦਾ। ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ, ਜਗਤ ਪਾਸ ਤੇ ਲੇਤੇ ਦਾਨ
ਗੋਬਿੰਦ ਭਗਤ ਕੋ ਕਰੇ ਸਲਾਮ, ਕਿ ਗੋਬਿੰਦ ਦਾ ਜਿਹੜਾ ਭਗਤ ਆ ਉਹਨੂੰ ਸਲਾਮ ਕਰਦੇ ਆ। ਪਰ ਬਾਕੀ ਜਿਹੜੇ ਅਸੀਂ ਜੀਵ ਹਾਂ, ਜੇ ਅਸੀਂ ਨਾਮ ਤੋਂ ਵਾਂਝੇ ਰਹਿੰਦੇ ਹਾਂ, ਫਿਰ ਸਾਡਾ ਮਨਮੁਖਾਂ ਵਾਲਾ ਹਾਲ ਹੁੰਦਾ ਹੈ। ਇਹ ਸਾਡੇ ਮਨ ਨੂੰ ਤੰਗ ਕਰਦੇ ਆ। ਫਿਰ ਮਹਾਰਾਜ ਦੱਸਦੇ ਕਿਵੇਂ ਤੰਗ ਕਰਦੇ ਆ। ਪੰਜ ਦੂਤ ਚਿਤਵੇ ਵਿਕਾਰਾ, ਮਾਇਆ ਮੋਹ ਕਾ ਇਹ ਪਸਾਰਾ, ਕਿ ਪੰਜ ਦੂਤ ਸਾਡੇ ਅੰਦਰ ਵਿਕਾਰਾਂ ਦੇ ਰੂਪ ਦੇ ਵਿੱਚ ਫੁਰਨੇ ਪੈਦਾ ਕਰਦੇ ਆ। ਵਿਕਾਰਾਂ ਦੇ ਰੂਪ ਦੇ ਵਿੱਚ ਸਾਡੇ ਫੁਰਨੇ ਜਿਹੜੇ ਇਹ ਪੈਦਾ ਹੁੰਦੇ ਆ ਤਮੋ ਗੁਣ ਦੇ, ਇਹ ਪੰਜਾਂ ਦੂਤਾਂ ਦੇ ਵਿਚਾਰ ਜਿਹੜੇ ਆ ਇਹਨਾਂ ਨੇ ਫੈਲਾਏ ਹੋਏ ਆ ਸੰਸਾਰ ਵਿੱਚ। ਸਾਡੇ ਇਸ ਤ੍ਰੈ ਗੁਣਾਂ ਦੇ ਵਿੱਚ ਸਾਡੇ ਮਨ ਨੂੰ ਦੁਖੀ ਕਰਨ ਲਈ ਸਾਡੇ ਅੰਦਰ ਇਹ ਉਤਪੰਨ ਕਰਦੇ ਵਿਚਾਰ, ਸਿਰਫ ਕਿਉਂਕਿ ਅਸੀਂ ਇਸ ਦੇਸ਼ ਨਾਲ ਮੋਹ ਪਾ ਲਿਆ। ਹੁਣ ਗੁਰਬਾਣੀ ਦੇ ਵਿੱਚ ਫਿਰ ਸਾਨੂੰ ਸਮਝਾਇਆ ਹੋਇਆ ਕਿ ਜੇਕਰ ਅਸੀਂ ਪੰਜਾਂ ਸ਼ਬਦਾਂ ਨੂੰ ਹਾਸਲ ਕਰ ਲਈਏ ਤੇ ਅਸੀਂ ਇਹਨਾਂ ਪੰਜਾਂ ਦੂਤਾਂ ਤੋਂ ਰਹਿਤ ਹੋ ਸਕਦੇ ਹਾਂ, ਅਸੀਂ ਇਹਨਾਂ ਤੋਂ ਉੱਪਰ ਉੱਠ ਸਕਦੇ ਹਾਂ। ਮਹਾਰਾਜ ਕਹਿੰਦੇ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ, ਕਿ ਉਹ ਸੁਭਾਗਾ ਘਰ ਆ ਜਿੱਥੇ ਪੰਜ ਸ਼ਬਦ ਚੱਲਦੇ ਆ। ਇਹ ਪੰਜ ਦੂਤ ਜਿਹੜੇ ਆ ਇਹ ਵਸ ਕੀਤੇ ਜਾਂਦੇ ਆ, ਤੇ ਉਹ ਸੁਭਾਗਾ ਘਰ ਆ ਜਿੱਥੇ ਇਹ ਪੰਜਾਂ ਸ਼ਬਦਾਂ ਰਾਹੀਂ ਵਸ ਕੀਤੇ ਗਏ ਪੰਜ ਦੂਤ। ਮਹਾਰਾਜ ਕਹਿੰਦੇ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਜਿੱਥੇ ਪੰਜ ਸ਼ਬਦ ਪ੍ਰਗਟ ਹੁੰਦੇ ਆ ਉੱਥੇ ਇਹ ਪੰਜ ਦੂਤ ਜਿਹੜੇ ਵਸ ਹੁੰਦੇ ਆ, ਤੇ ਸਾਡੇ ਜਿਹੜੇ ਅੰਦਰ ਬੈਠਾ ਹੋਇਆ ਕਾਲ ਆ, ਸ਼ੈਤਾਨ ਆ, ਉਹ ਮਾਰਿਆ ਜਾਂਦਾ। ਇਹ ਜਿਹੜੇ ਪੰਜ ਸ਼ਬਦ ਆ ਇਹਨਾਂ ਨੂੰ ਬਾਣ ਕਹਿ ਦਿੱਤਾ। ਜਿਹੜੇ ਐਰੋਜ਼ ਹੁੰਦੇ ਆ ਨਾ, ਤੀਰ ਕਮਾਨ ਦੇ ਵਿੱਚ ਜਿੱਦਾਂ ਬਾਣ ਛੱਡਿਆ ਜਾਂਦਾ, ਇੱਦਾਂ ਹੀ ਇਹ ਪੰਜ ਦੂਤ ਇਹਨਾਂ ਪੰਜਾਂ ਬਾਣਾਂ ਦੇ ਨਾਲ ਸਾਧੇ ਜਾਂਦੇ ਆ। ਪੰਜ ਬਾਣ ਲੈ ਜਮ ਕੋ ਮਾਰੈ, ਗਗਨੰਤਰ ਤਣਖ ਚੜਾਇਆ। ਕਹਿੰਦੇ ਤਨੁਖ ਜਿਹੜਾ ਆ ਉਹ ਗਗਨ ਦੇ ਵਿੱਚ ਚੜਾਇਆ ਜਾਂਦਾ, ਤੇ ਉੱਥੇ ਪੰਜ ਬਾਣ ਜਿਹੜੇ ਆ ਇਹ ਛੱਡੇ ਜਾਂਦੇ ਆ। ਇਹਨਾਂ ਦੁਆਰਾ ਜਿਹੜੇ ਪੰਜ ਦੂਤ ਆ ਇਹ ਮਾਰੇ ਜਾਂਦੇ ਆ, ਇਹ ਵਸ ਕੀਤੇ ਜਾਂਦੇ ਆ। ਇਹ ਬਾਣ ਉਦੋਂ ਅਸੀਂ ਚਲਾਉਂਦੇ ਆ ਜਦੋਂ ਅਸੀਂ ਪ੍ਰਭੂ ਦਾ ਨਾਮ ਤੇ ਆਉਂਦੇ ਆ। ਮਹਾਰਾਜ ਕਹਿੰਦੇ ਆ ਸਾਡੇ ਮਨ ਦੀ ਜਿਹੜੀ ਹਾਲਤ ਆ ਉਹ ਹੈ ਕਿ ਦਸਾਂ ਦਿਸ਼ਾਵਾਂ ਦੇ ਵਿੱਚ ਭੱਜਦਾ ਆ, ਕਿ ਮੈਨੂੰ ਉਹ ਪਿਆਰ ਪ੍ਰਾਪਤ ਹੋ ਜਾਏ ਪ੍ਰਮਾਤਮਾ ਨੇ, ਜਿਸ ਦੁਆਰਾ ਮਨ ਨੂੰ ਸ਼ਾਂਤੀ ਮਿਲੇ। ਹੁਣ ਲੋਕਾਂ ਨੂੰ ਕਈਆਂ ਨੂੰ ਪਤਾ ਨਹੀਂ ਕਿ ਪ੍ਰਮਾਤਮਾ ਦੇ ਨਾਲ ਪਿਆਰ ਜਦੋਂ ਅਸੀਂ ਪਾ ਲੈਂਦੇ ਹਾਂ ਸਾਡੇ ਮਨ ਨੂੰ ਸ਼ਾਂਤੀ ਹੋਊਗੀ। ਕਈ ਹੈਗੇ ਆ ਉਹ ਦਸਾਂ ਦਿਸ਼ਾਵਾਂ ਦੇ ਵਿੱਚ ਉਨ੍ਹਾਂ ਹੀ ਭੱਜੀ ਜਾਂਦੇ ਆ, ਮਨ ਦੁਆਰਾ ਸੁਰਤੀ ਦੁਆਰਾ ਕਦੇ ਕਿਤੇ ਲੈ ਜਾਂਦੇ ਆ, ਕਦੇ ਕਿਤੇ ਚਲੇ ਜਾਂਦੇ ਆ ਫੁਰਨਿਆਂ ਦੇ ਵਿੱਚ, ਜਾਂ ਕਈ ਵਾਰੀ ਆਪਣੇ ਸਰੀਰ ਨੂੰ ਲੈ ਕੇ ਕੋਈ ਐਂਟਰਟੇਨਮੈਂਟ ਚਾਹੁੰਦਾ ਆ, ਕੋਈ ਕੁਝ ਕਰਨਾ ਚਾਹੁੰਦਾ ਹੈ, ਸੋਚਦੇ ਕਿ ਇਹਦੇ ਨਾਲ ਸ਼ਾਂਤੀ ਮਿਲੂਗੀ, ਕਿ ਇਹਨੂੰ ਨਹੀਂ ਭੇਦ ਹੈਗਾ। ਮਹਾਰਾਜ ਕਹਿੰਦੇ ਆ ਕਿ ਜਿਹਨੂੰ ਭੇਦ ਮਿਲ ਜਾਏ ਉਹ ਵੀ ਦਸਾਂ ਦਿਸ਼ਾਵਾਂ ਦੇ ਵਿੱਚ ਭੱਜਦਾ ਹੈ ਕਿ ਮੈਨੂੰ ਪ੍ਰਭੂ ਦਾ ਪਿਆਰ ਮਿਲ ਜਾਏ। ਉਹ ਸਾਧ ਸੰਗਤ ਲੱਭਦਾ ਹੁੰਦਾ। ਉਹ ਫਿਰ ਸਵਾਲ ਵੀ ਪੁੱਛਦਾ ਹੁੰਦਾ ਕਿ ਮੈਂ ਪੰਜਾਂ ਨੂੰ ਕਿਵੇਂ ਵਸ ਕਰਾਂ, ਇਹ ਮੈਨੂੰ ਬੜਾ ਤੰਗ ਕਰਦੇ ਨੇ। ਉਹਨਾਂ ਨੂੰ ਰੀਅਲਾਈਜੇਸ਼ਨ ਹੈ ਇਸ ਗੱਲ ਦੀ ਕਿ ਪੰਜ ਦੂਤ ਜਿਹੜੇ ਆ ਅੰਦਰੋਂ ਤੰਗ ਕਰਦੇ ਆ। ਜਿਹੜਾ ਆਮ ਜੀਵ ਆ ਉਹਨੂੰ ਇਸ ਗੱਲ ਦਾ ਭੇਦ ਨਹੀਂ ਹੈ ਕਿ ਪੰਜ ਦੂਤ ਹੈ ਵੀ ਅੰਦਰ ਕਿ ਨਹੀਂ। ਉਹਨਾਂ ਨੂੰ ਜੋ ਫੁਰਨਾ ਵਿਚਾਰ ਆਉਂਦਾ ਉਹ ਆਪਣਾ ਹੀ ਸਮਝੀ ਜਾਂਦੇ ਆ, ਉਹਦੇ ਮੁਤਾਬਕ ਫਿਰ ਦੁਨੀਆ 'ਚ ਚੱਲਦੇ ਆ। ਤਾਂ ਹੀ ਇਤਨਾ ਪਾਪ ਹੁੰਦਾ ਹੈ ਦੁਨੀਆ ਦੇ ਵਿੱਚ। ਮਹਾਰਾਜ ਕਹਿੰਦੇ ਆ ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ, ਕਿ ਦਸਾਂ ਦਿਸ਼ਾਵਾਂ ਦੇ ਵਿੱਚ ਤੁਸੀਂ ਉਹ ਪ੍ਰਭੂ ਦਾ ਪਿਆਰ ਜਿਹੜਾ ਆ ਉਹ ਲੱਭੋ। ਪੰਜ ਸਤਾਵੇ ਦੂਤ ਕਵਨ ਬਿਦ ਮਾਰਨੇ, ਇਹ ਜਿਹੜੇ ਪੰਜ ਦੂਤ ਆ ਉਹ ਸਤਾਉਂਦੇ ਨੇ, ਇਹਨਾਂ ਨੂੰ ਕਿਵੇਂ ਮਾਰਿਆ ਜਾਏ। ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ, ਕਹਿੰਦੇ ਤਿੱਖੇ ਬਾਣ ਚਲਾਓ ਹਰੀ ਦਾ ਨਾਮ ਧਿਆ ਕੇ। ਹਰਹਾ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈਐ, ਤੇ ਕਹਿੰਦੇ ਕਿ ਜੇਕਰ ਅਸੀਂ ਪੂਰਨ ਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ ਤੇ ਫਿਰ ਜਿਹੜੇ ਪੰਜ ਦੂਤ ਆ ਜਿਹੜੇ ਸਾਨੂੰ ਤੰਗ ਕਰਦੇ ਆ ਮਾਰੇ ਜਾਂਦੇ ਆ, ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਇਹੀ ਜਿਹੜੇ ਦੂਤ ਆ ਇਹਨਾਂ ਨੂੰ ਜਦੋਂ ਅਸੀਂ ਪੰਜਾਂ ਬਾਣਾਂ ਨਾਲ ਸੋਧਦੇ ਹਾਂ ਸਾਡੇ ਮਨ ਨੂੰ ਅੰਦਰੋਂ ਫਿਰ ਉਹ ਪੰਜ ਸ਼ਬਦ ਜਿਹੜੇ ਆ ਇਹਨਾਂ ਨੂੰ ਹੀ ਪੰਜ ਬਾਣ ਕਹਿ ਦਿੱਤਾ ਆ।
ਇਹ 5 ਸ਼ਬਦ ਸਾਨੂੰ ਫਿਰ ਅੰਤਰਗਤ ਸੁਣਦੇ ਆ। ਇਹ ਹੁਣ ਪ੍ਰੈਕਟੀਕਲ ਆ। ਜਦੋਂ ਅਸੀਂ ਅਭਿਆਸ ਕਰਦੇ ਹਾਂ, ਕਿਹਾ ਜਾਂਦਾ ਆ ਕਿ ਧਿਆਨ ਲਾਓ ਸਹਿਜ ਧੁਨ ਦੇ ਵਿੱਚ ਜੋ ਇੱਕ ਰਸ ਲਗਾਤਾਰ ਆਵਾਜ਼ ਚੱਲਦੀ ਹੈ। ਜਦੋਂ ਅਸੀਂ ਉਹਨੂੰ ਪਕੜਦੇ ਹਾਂ, ਉਹਦਾ ਅਸੀਂ ਪਿੱਛਾ ਕਰਨਾ ਹੁੰਦਾ ਕਿ ਕਿੱਥੇ ਜਾ ਕੇ ਇਹ ਸਮਾਉਂਦੀ ਹੈ ਆਵਾਜ਼ ਜਾਂ ਕਿੱਥੋਂ ਇਹ ਪ੍ਰਗਟ ਹੁੰਦੀ ਹੈ। ਹੁਣ ਜਦੋਂ ਪ੍ਰੈਕਟੀਕਲ ਅਭਿਆਸ ਕਰਦੇ ਹਾਂ, ਕਈ ਵਾਰੀ ਗੁਰਮੁਖ ਜਨ ਇੱਕ ਜਗ੍ਹਾ ਜੇ ਟਿਕਾਊ ਹੀ ਕਰ ਲੈਣ, ਸਹਿਜ ਤੁਹਾਨੂੰ ਸੁਣੀ ਜਾਣ ਲਗਾਤਾਰ ਅਫੁਰ ਹੋ ਕੇ, ਤੇ ਉਹੀ ਸਹਿਜ ਧੁਨ ਤੋਂ ਬਾਅਦ ਹੋਰ ਸ਼ਬਦ ਪ੍ਰਗਟ ਹੋ ਜਾਂਦੇ ਆ ਜੋ ਕਲੀਅਰ ਸਾਫ਼ ਸੁਣਦੇ ਆ। ਜਿਵੇਂ ਕਿ ਘੰਟੀ ਦੀ ਆਵਾਜ਼ ਜਾਂ ਕਹਿ ਲਓ ਘੰਟਾ ਦੀ ਆਵਾਜ਼, ਜਿਹੜਾ ਬਿਗ ਲਾਰਜ ਬੈਲ ਹੁੰਦੀ ਹੈ ਜਿੱਦਾਂ ਮੰਦਰਾਂ ਦੇ ਵਿੱਚ ਵਜਾਉਂਦੇ ਆ ਨਾ, ਐਸੀ ਆਵਾਜ਼ ਅੰਦਰ ਪ੍ਰਗਟ ਹੁੰਦੀ ਹੈ। ਇਹੀ ਸਾਡਾ ਸਰੀਰ ਇੱਕ ਮੰਦਰ ਆ। ਉਸ ਤੋਂ ਬਾਅਦ ਫਿਰ ਹੋਰ ਆਵਾਜ਼ਾਂ ਪ੍ਰਗਟ ਹੋਣੀਆਂ। ਕਈ ਵਾਰੀ ਇਸ ਤਰੀਕੇ ਦੇ ਨਾਲ ਹੀ ਵੱਖ-ਵੱਖ 5 ਸ਼ਬਦ ਦਾ ਪ੍ਰਗਟ ਹੋ ਜਾਂਦੇ ਆ। ਹੁਣ ਇਹ ਡਿਪੈਂਡ ਕਰਦਾ ਕਿ ਸਾਡੀ ਸੁਰਤੀ ਦਾ ਟਿਕਾਓ ਕਿੱਥੇ ਆ। ਕਈ ਵਾਰੀ ਐਸੇ ਗੁਰਮੁਖ ਅਭਿਆਸ ਕਰਦੇ ਆ ਕਿ ਉਹ ਪ੍ਰਮਾਤਮਾ ਦੇ ਸਨਮੁਖ ਹੋ ਜਾਂਦੇ ਆ। ਸਨਮੁਖ ਹੋ ਜਾਂਦੇ ਆ ਪ੍ਰਮਾਤਮਾ ਦੇ, ਤੇ ਉਸ ਵੇਲੇ ਜਿਹੜਾ ਸਾਡਾ ਮਨ ਆ ਉਹ ਖੁਸ਼ੀ ਦੇ ਵਿੱਚ ਨੱਚਦਾ ਆ। ਮਹਾਰਾਜ ਕਹਿੰਦੇ ਆ, ਕਰ ਕਰ ਤਾਲ ਪਖਾਵਜ ਨੈਨੋ ਮਾਥੈ ਵਜੇ ਰਬਾਬਾ, ਕਰਨੋ ਮਦ ਬਾਸਰੀ ਬਾਜੈ ਜੇਵਾ ਧੁਨ ਅਗਾਜਾ, ਨਿਰਤ ਕਰੇ ਕਰ ਮਨੁਆ ਨਾਚੇ ਆਣੇ ਕੁਗਰ ਸਾਜਾ। ਕਿ ਪਖਾਵਜ ਤਬਲੇ ਦੀ ਗੱਲ ਕੀਤੀ ਹੋਈ ਹੈ ਕਿ ਉਹਦੀ ਆਵਾਜ਼ ਆਉਂਦੀ ਹੈ। ਉਸ ਵੇਲੇ ਇੱਥੇ ਨੈਣਾਂ ਦਾ ਜ਼ਿਕਰ ਕੀਤਾ ਹੋਇਆ ਕਿ ਸਾਡੀਆਂ ਅੱਖਾਂ ਫਰਕਦੀਆਂ ਹੈ। ਇਹ ਸਮਝਿਓ ਕਿ ਜੇ ਸਾਡੇ ਨਾਲ ਇਹ ਹੋ ਰਿਹਾ ਕਿ ਅਸੀਂ ਇਸ ਅਵਸਥਾ 'ਤੇ ਚਲੇ ਗਏ ਹਾਂ। ਮੱਥੇ 'ਤੇ ਰਬਾਬ ਦੀ ਆਵਾਜ਼ ਆਉਂਦੀ ਹੈ। ਕਈ ਵਾਰੀ ਕੀ ਹੁੰਦਾ ਆ ਕਿ ਉਹ ਆਵਾਜ਼ ਜਿਹੜੀ ਆ ਕੋਈ ਸਾਨੂੰ ਇੱਦਾਂ ਮਹਿਸੂਸ ਹੁੰਦਾ ਜਿਵੇਂ ਕੰਨਾਂ 'ਚ ਚੱਲ ਰਹੀ ਆ, ਪਰ ਜੇ ਤੁਸੀਂ ਗੁਰਬਾਣੀ ਪੜ੍ਹੀ ਆ ਜਾਂ ਸੰਗਤ ਕੀਤੀ ਹੋਈ ਆ, ਜਿਸ ਪੁਆਇੰਟ 'ਤੇ ਤੁਹਾਨੂੰ ਉਹ ਆਵਾਜ਼ ਸੁਣਨ ਲੱਗ ਪਏ, ਤੁਸੀਂ ਉਸ ਵੇਲੇ ਜੇ ਸ਼ਿਫਟ ਕਰ ਲਓ ਆਪਣਾ ਧਿਆਨ, ਜਿਵੇਂ ਕਿ ਜੇ ਫਰਜ਼ ਕੀਤਾ ਕਿਸੇ ਨੂੰ ਰਬਾਬ ਸੁਣਨ ਲੱਗ ਪੈਂਦੀ ਆ ਕੰਨਾਂ ਦੇ ਵਿੱਚ, ਅਤੇ ਉਹਨੂੰ ਸੁਣਦਾ ਕਿਉਂਕਿ ਮਹਾਰਾਜ ਨੇ ਕਿਹਾ ਮਾਥੇ ਵਜੇ ਰਬਾਬਾ, ਜਿੱਥੇ ਸੁਰਸ ਆ ਉਹਦੇ ਮੱਥੇ 'ਤੇ ਉਹ ਧਿਆਨ ਲਾ ਲਏ ਅਤੇ ਉਹ ਫਿਰ ਹੋਰ ਆਨੰਦ ਆਉਣ ਲੱਗ ਪੈਂਦਾ ਹੈ ਉਸੀ ਆਵਾਜ਼ ਨੂੰ ਸੁਣਦੇ, ਕਿਉਂਕਿ ਤੁਸੀਂ ਉਸ ਸੁਰਸ 'ਤੇ ਸਨਮੁਖ ਹੋ ਗਏ। ਕਰਨੋ ਮਦ ਬਾਂਸਰੀ ਬਾਜੈ ਜੇਵਾ ਧੁਨ ਅਗਾਜਾ, ਕਿ ਕੰਨਾਂ ਦੇ ਵਿੱਚ ਬਾਂਸਰੀ ਦੀ ਆਵਾਜ਼ ਆ ਰਹੀ ਆ ਅਤੇ ਜੀਭ ਦੁਆਰਾ ਤੁਸੀਂ ਧੁਨ ਅਲਾਪ ਰਹੇ ਆ, ਜਿਵੇਂ ਅਸੀਂ ਵਾਹਿਗੁਰੂ ਕਰਦੇ ਹਾਂ। ਨਿਰਤ ਕਰੇ ਕਰ ਮਨੁਆ ਨਾਚੇ ਆਣੇ ਘੁੰਗਰ ਸਾਜਾ, ਸਾਡਾ ਮਨ ਉਸ ਵੇਲੇ ਨੱਚਦਾ ਹੈ ਅਤੇ ਜਿਹੜੀ ਘੁੰਗਰੂਆਂ ਦੀ ਆਵਾਜ਼ ਆ ਉਹ ਪ੍ਰਗਟ ਹੁੰਦੀ ਆ। ਹੁਣ ਜੇ ਇੱਥੇ ਗਿਣਤੀ ਕਰੋਗੇ, ਤਬਲਾ, ਰਬਾਬ, ਬਾਂਸਰੀ, ਜਿਹੜਾ ਜੇਵਾ ਧੁਨ ਗਾਜਾ, ਉਹ ਤਾਂ ਜੀਵ ਦੀ ਗੱਲ ਕੀਤੀ ਹੈ ਕਿ ਅਸੀਂ ਜਿਵੇਂ ਜਾਪ ਕਰਦੇ ਹਾਂ ਗੁਰਮੰਤਰ ਦਾ, ਸੋ ਉਹ ਗੁਰਮੰਤਰ ਅਨਹਦ ਸ਼ਬਦਾਂ ਦੇ ਵਿੱਚ ਨਹੀਂ ਗਿਣਿਆ ਜਾਂਦਾ। ਇਹ ਤਾਂ ਮਹਾਰਾਜ ਨੇ ਸਾਨੂੰ ਦੱਸਿਆ ਕਿ ਅਸੀਂ ਜਦੋਂ ਜਾਪ ਕਰਦੇ ਹਾਂ ਐਸੀ ਅਵਸਥਾ ਬਣਦੀ ਹੈ। ਕਰਨੋ ਮਦ ਬਾਂਸਰੀ ਬਾਜੈ ਜੇਵਾ ਧੁਨ ਗਾਜਾ, ਸੋ ਤਬਲਾ, ਰਬਾਬ, ਬਾਂਸਰੀ ਅਤੇ ਫਿਰ ਘੁੰਗਰੂਆਂ ਦੀ ਆਵਾਜ਼ ਦੀ ਜ਼ਿਕਰ ਕੀਤੀ। ਇਹ ਹੁਣ 4 ਸ਼ਬਦ ਹੋਏ। ਅਸੀਂ ਭੇਦ ਲੈਣਾ ਹੁੰਦਾ ਕਿ ਮਹਾਰਾਜ ਨੇ ਸਾਨੂੰ ਜੋ ਦੱਸਿਆ 5 ਸ਼ਬਦਾਂ ਦੀ ਗੱਲ, ਇੱਥੇ 5ਵਾਂ ਫਿਰ ਸਹਿਜ ਧੁਨ ਹੀ ਹੈ। ਸਹਿਜ ਧੁਨ ਨਾਲ ਸੁਰਤੀ ਜੋੜ ਕੇ ਐਸੇ ਇਸ ਸ਼ਬਦ ਪ੍ਰਗਟ ਹੁੰਦੇ ਆ। ਫਿਰ ਮਹਾਰਾਜ ਨੇ ਦੱਸਿਆ ਹੋਇਆ, ਜੇ ਅਸੀਂ ਮਸਤਕ 'ਤੇ ਉਸ ਸਥਾਨ 'ਤੇ ਚਲੇ ਜਾਂਦੇ ਹਾਂ ਜਿੱਥੇ ਸਾਡੇ ਮਸਤਕ 'ਤੇ ਪਦਮ ਆ, ਮਹਾਰਾਜ ਕਹਿੰਦੇ ਆ ਮਸਤਕ ਪਦਮ ਦੁਆਲੈ ਮਣੀ ਮਾਹੇ ਨਿਰੰਜਨ ਤ੍ਰੇ ਪਵਨ ਧਣੀ, ਕਿ ਉੱਥੇ ਪ੍ਰਮਾਤਮਾ ਦਾ ਵਾਸਾ ਆ। ਮਸਤਕ 'ਤੇ ਪਦਮ ਆ, ਉਹਦੇ ਆਲੇ ਦੁਆਲੇ ਮਣੀ ਦਾ ਪ੍ਰਕਾਸ਼ ਆ। ਮਹਾਰਾਜ ਨੇ ਇਸ ਤਰੀਕੇ ਨਾਲ ਸਾਨੂੰ ਸ਼ਬਦਾਂ ਦੇ ਵਿੱਚ ਵਿਆਖਿਆ ਕਰਕੇ ਦੱਸੇ, ਜਿਹਨੂੰ ਕੋਈ ਬ੍ਰਹਮ ਦਾ ਗਿਆਨ ਹੈ ਨਹੀਂ, ਜਦੋਂ ਉਹ ਪੜ੍ਹੂਗਾ ਉਹਨੂੰ ਸਹਿਜੀ ਕਿਤੇ ਪਤਾ ਨਹੀਂ ਲੱਗਣਾ।
ਕਿ ਮਹਾਰਾਜ ਕਿਸ ਪ੍ਰੈਕਟੀਕਲ ਪੁਆਇੰਟ 'ਤੇ ਗੱਲ ਕਰ ਰਿਹਾ ਹੈ। ਜਿਨ੍ਹਾਂ ਗੁਰਮੁਖਾਂ ਨੇ ਅਭਿਆਸ ਕੀਤਾ ਹੁੰਦਾ ਉਹਨਾਂ ਨੂੰ ਐਕਸਪੀਰੀਅੰਸ ਹੋ ਜਾਂਦਾ ਹੈ। ਜਿਹੜੇ ਗੁਰਮੁਖਾਂ ਨੇ ਕਿਸੇ ਸਾਧੂ ਸੰਤਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਹੋਵੇ, ਜਿਨ੍ਹਾਂ ਨੇ ਆਪ ਅਭਿਆਸ ਕੀਤਾ ਆ, ਉਹਨਾਂ ਨੂੰ ਵੀ ਭੇਦ ਲੱਗ ਜਾਂਦਾ ਕਿ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਪ੍ਰੈਕਟੀਕਲ ਦੀ ਗੱਲ ਕੀਤੀ ਹੈ। ਹੁਣ ਜਿਵੇਂ ਅਸੀਂ ਸਾਰੇ ਇਸ ਮਾਰਗ 'ਤੇ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਰੇ ਇਸ ਮਾਰਗ 'ਤੇ ਅਧਿਆਤਮਕ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਤੁਹਾਡੇ ਵਿੱਚੋਂ ਗੁਰਮੁਖ ਪ੍ਰੈਕਟੀਕਲ ਅਭਿਆਸ ਕਰਦੇ ਆ, ਜਿਹੜੇ ਗੁਰਮੁਖਾਂ ਨੇ ਐਕਸਪੀਰੀਅੰਸ ਕੀਤਾ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਇਹ ਪ੍ਰੈਕਟੀਕਲ ਦੀ ਗੱਲ ਹੋ ਰਹੀ ਹੈ। ਕਈ ਵਾਰੀ ਮਹਾਰਾਜ ਨੇ ਸਾਨੂੰ ਤ੍ਰੈਗੁਣਾਂ ਦੀ ਦੁਨੀਆ ਬਾਰੇ ਵੀ ਸਮਝਾਇਆ ਹੁੰਦਾ, ਕਿਉਂਕਿ ਉਦਾਹਰਨ ਦਿੱਤੀ ਹੁੰਦੀ ਹੈ ਦੁਨੀਆ ਦੇ ਵਿੱਚ ਅਸੀਂ ਸਾਰੇ ਰਹਿੰਦੇ ਹਾਂ, ਫਿਰ ਸਾਨੂੰ ਨਾਲ ਨਾਲ ਦੁਨੀਆ ਤੋਂ ਉੱਪਰ ਉਠਾਉਂਦੇ ਆ, ਤ੍ਰੈਗੁਣਾਂ ਤੋਂ ਉੱਪਰ ਉਠਾਉਂਦੇ ਆ, ਚੌਥੇ ਪਦ ਵਿੱਚ ਲਿਜਾਂਦੇ ਆ। ਜਿਹੜਾ ਗੁਰਮੁਖ ਆ ਉਹ ਬੁੱਝ ਲੈਂਦਾ ਕਿ ਮਹਾਰਾਜ ਕੀ ਕਹਿ ਰਿਹਾ ਹੈ। ਹੁਣ ਜਿਹੜੇ ਜੀਵ ਸੰਗਤ ਕਰਦੇ ਆ, ਉਹ ਕਥ ਕਹਾਣੀ ਨੂੰ ਸੁਣ ਚੁੱਕੇ ਆ ਜਾਂ ਸੁਣਦੇ ਆ, ਉਹਨਾਂ ਨੂੰ ਵੀ ਸਮਝ ਆਉਣ ਲੱਗ ਪੈਂਦੀ ਕਿ ਮਹਾਰਾਜ ਨੇ ਪ੍ਰੈਕਟੀਕਲ ਸਾਰਾ ਦੱਸਿਆ, ਅਤੇ ਉਹਨਾਂ ਨੂੰ ਹਰੇਕ ਪੁਆਇੰਟ 'ਤੇ ਪਤਾ ਲੱਗ ਜਾਂਦਾ। ਇੱਥੇ ਤਾਂ 5 ਸ਼ਬਦਾਂ ਦੀ ਗੱਲ ਕੀਤੀ ਹੋਈ, ਇੱਥੇ ਨਾਮ ਕਿਹਾ ਹੈ, ਇੱਥੇ ਨਾਮ ਅੰਦਰਲੇ ਨਾਮ ਦੀ ਗੱਲ ਕੀਤੀ ਹੋਈ ਹੈ ਜੋ ਸ਼ਬਦ ਅੰਦਰ ਸੁਣਦਾ, ਇੱਥੇ ਗੁਰਮੰਤਰ ਦੀ ਗੱਲ ਕੀਤੀ ਹੋਈ ਆ, ਅਤੇ ਗੁਰਮੰਤਰ ਦੀ ਗੱਲ ਕੀਤੀ ਹੋਈ ਆ। ਉਹ ਫਿਰ ਭੇਦ ਆਉਣ ਲੱਗ ਪੈਂਦਾ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ। ਹੁਣ ਮਹਾਰਾਜ ਕਹਿੰਦੇ ਆ ਕਿ ਮਸਤਕ ਪਦਮ ਦਵਾਲਾ ਮਣੀ ਮਾਹੇ ਨਿਰੰਜਨ ਤ੍ਰਿਪਵਨ ਧਣੀ, ਕਿ ਮਸਤਕ 'ਤੇ ਪਦਮ ਆ, ਉਹਦੇ ਆਲੇ ਦੁਆਲੇ ਮਣੀ ਦਾ ਪ੍ਰਕਾਸ਼ ਆ। ਉਹ ਪ੍ਰਕਾਸ਼ ਕਿਹੋ ਜਿਹਾ ਰੰਗ ਦਾ ਆ ਉਹ ਇੱਥੇ ਦੱਸਿਆ ਨਹੀਂ ਹੋਇਆ ਇਸ ਸ਼ਬਦ ਦੇ ਵਿੱਚ, ਉਹ ਭੇਦ ਨਹੀਂ ਦਿੱਤਾ। ਪਰ ਜਦੋਂ ਪ੍ਰੈਕਟੀਕਲ ਤੌਰ 'ਤੇ ਤੁਸੀਂ ਉਸ ਦੇ ਦਰਸ਼ਨ ਕਰੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਐਸਾ ਆ ਉਹ ਪ੍ਰਕਾਸ਼। ਤਾਂ ਹੀ ਮਹਾਰਾਜ ਨੇ ਇਸ ਸ਼ਬਦਾਂ ਦੇ ਵਿੱਚ ਸਾਰੀ ਵਿਆਖਿਆ ਕੀਤੀ ਹੋਈ ਹੈ। ਸ਼ਬਦਾਂ ਮਾਹੇ ਵਖਾਣੀ ਹੈ, ਵਿਰਲਾ ਤਾਂ ਬੁੱਝੈ ਕੋਈ ਵਿਰਲਾ ਆ ਜਿਹੜਾ ਇਸ ਨੂੰ ਬੁੱਝਦਾ ਆ। ਕਿ ਐਸੇ ਆ ਸੰਸਾਰ ਵਿੱਚ ਉਹ ਕਥ ਕਹਾਣੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਪਣੇ ਕੋਲੋਂ ਫੁਰਨਿਆਂ ਮੁਤਾਬਕ ਹੀ ਬਣਾਈ ਜਾਂਦੇ ਹਰੇਕ ਗੱਲ, ਉਹਨਾਂ ਦਾ ਪ੍ਰੈਕਟੀਕਲ ਨਹੀਂ ਹੁੰਦਾ। ਜਿਹਨੇ ਪ੍ਰੈਕਟੀਕਲ ਕੀਤਾ ਹੁੰਦਾ ਉਹ ਬੁੱਝ ਲੈਂਦਾ ਕਿ ਫਲਾਨਾ ਕਥਾ ਤਾਂ ਬਥੇਰੀ ਕਰਦਾ ਆ, ਪਰ ਉਹ ਅਸਲੀ ਪ੍ਰੈਕਟੀਕਲ ਦੱਸ ਨਹੀਂ ਰਿਹਾ, ਲੋਕਾਂ ਨੂੰ ਗੁੰਮਰਾਹ ਕਰਦਾ। ਉਹਨੂੰ ਥੋੜ੍ਹੀ ਸਮਝ ਆ, ਪਰ ਉਹ ਗੱਲ ਆਪਣੀ ਸਟੇਜ ਤੋਂ ਵੱਧ ਦੀ ਕਰ ਰਿਹਾ ਹੈ, ਜਿੱਥੇ ਤੱਕ ਉਹਦੀ ਗੱਲ ਦੀ ਸੈਂਸ ਨਹੀਂ ਬਣਦੀ ਹੁੰਦੀ, ਗੁਰਬਾਣੀ ਨਾਲ ਮੇਲ ਨਹੀਂ ਖਾਂਦੀ, ਪ੍ਰੈਕਟੀਕਲ ਨਾਲ ਮੇਲ ਨਹੀਂ ਖਾਂਦੀ। ਇੱਥੇ ਮਹਾਰਾਜ ਕਹਿੰਦੇ ਮਸਤਕ ਪਦਮ ਦਵਾਲੈ ਮਣੀ ਮਾਹੇ ਨਿਰੰਜਨ ਤ੍ਰਿਪਵਨ ਧਣੀ, 5 ਸ਼ਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਘਨ ਗਾਜੇ। ਮਹਾਰਾਜ ਕਹਿੰਦੇ ਉੱਥੇ ਢੋਲਕੀ ਦੀ ਆਵਾਜ਼ ਚੱਲਦੀ ਹੈ, ਚੌਰ ਦੀ ਆਵਾਜ਼ ਚੱਲਦੀ ਹੈ। ਜਿਹੜੇ ਚੌਰ ਆ, ਚੌਰ ਸਾਹਿਬ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚੋਂ ਆਵਾਜ਼ ਇੱਕ ਆਉਂਦੀ ਆ। ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਤੇ ਚੌਰ ਕੀਤੀ ਜਾਂਦੀ ਹੈ, ਉਸ ਚੌਰ ਦੇ ਵਿੱਚੋਂ ਵੀ ਇੱਕ ਆਵਾਜ਼ ਆਉਂਦੀ ਹੈ ਜੋ ਅੰਦਰ ਵੀ ਪ੍ਰਗਟ ਹੁੰਦੀ ਹੈ। ਸੰਖ ਦੀ ਆਵਾਜ਼ ਆਉਂਦੀ ਹੈ, ਬੱਦਲ ਗਰਜਦੇ ਨੇ, ਫਿਰ ਪਰਮਾਤਮਾ ਆਪ ਗੱਜਦੇ, ਜਿਹਨੂੰ ਮਹਾਰਾਜ ਕਹਿੰਦੇ ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗੱਜਿਆ। ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਗੱਜਦੇ ਆ। ਦਲਮਲ ਦੈਤੋਂ ਗੁਰਮੁਖ ਗਿਆਨ ਬੇਣੀ ਜਾਚੈ ਤੇਰਾ ਨਾਮ। ਇੱਦਾਂ ਹੀ ਜਿਹੜਾ ਗੁਰਮੁਖ ਆ ਇਹ ਦੂਤਾਂ ਨੂੰ ਐਨ ਆਪਣੇ ਪੈਰ ਹੇਠਾਂ ਦਬਾ ਦਿੰਦਾ ਹੈ, ਅਰਥਾਤ ਕਿ ਇਹਨਾਂ ਨੂੰ ਵਸ ਕਰ ਲੈਂਦਾ, ਆਪਣੇ ਕਾਬੂ ਕਰ ਲੈਂਦਾ ਹੈ। ਬੇਣੀ ਜਾਚੈ ਤੇਰਾ ਨਾਮ। ਭਗਤ ਬੇਣੀ ਜੀ ਕਹਿੰਦੇ ਅਸੀਂ ਤਾਂ ਤੁਹਾਡਾ ਨਾਮ ਚਾਹੁੰਦੇ ਹਾਂ। ਨਾਮ ਦੁਆਰਾ ਹੀ ਇਹ ਜਿਹੜੇ 5 ਸ਼ਬਦ ਆ ਪ੍ਰਗਟ ਹੁੰਦੇ ਆ। ਇੱਥੇ ਹੁਣ ਜਿਹੜੀ ਗਿਣਤੀ ਹੈ ਢੁਲਕੇ, ਚਵਰ, ਸੰਖ, ਕੰਨ ਹੋ ਗਏ ਬੱਦਲ, ਗਾਜਿਆ ਹੋ ਗਿਆ ਜੋ ਪ੍ਰਮਾਤਮਾ ਗੱਜਦਾ ਅੰਦਰ, ਇਹ 5 ਸ਼ਬਦ ਆ। ਹੁਣ ਧਿਆਨ ਨਾਲ ਸੁਣਿਓ, 5 ਸ਼ਬਦਾਂ ਦਾ ਫਿਰ ਜ਼ਿਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਕਰਦੇ ਆ। ਇਹ ਹੁਣ ਜਿੱਥੇ ਜਾ ਕੇ ਮਨ ਨੱਚਦਾ ਆ ਉੱਥੇ ਵੱਖਰੀ ਆਵਾਜ਼ ਦੱਸੀ ਹੋਈ ਆ। ਇਹ ਡਿਪੈਂਡ ਕਰਦਾ ਕਿ ਤੁਹਾਡਾ ਮਨ ਨੇ ਟਿਕਾਓ ਕਿੱਥੇ ਕੀਤਾ ਆ। ਇਹਨੇ 5 ਸ਼ਬਦ ਸੁਣਨੇ ਆ, ਜਦੋਂ 5 ਸ਼ਬਦਾਂ ਤੋਂ ਵੱਧ ਸੁਣਨ ਲੱਗ ਪੈਂਦਾ ਆ ਅਤੇ ਫਿਰ ਉਹ ਪਤਾ ਹੀ ਨਹੀਂ ਲੱਗਦਾ ਕਿਹੜੇ ਕਿਹੜੇ ਸ਼ਬਦ ਚੱਲਦੇ ਆ। ਫਿਰ ਮਹਾਰਾਜ ਕਹਿੰਦੇ ਤਾਰ ਕੋਰ ਬਾ ਜਿੰਤਰ ਤੈ ਸਾਚ ਤਖਤ ਸੁਲਤਾਨ, ਕਿ ਜਿੱਥੇ ਪ੍ਰਮਾਤਮਾ ਦਾ ਸੱਚ ਦਾ ਤਖਤ ਆ ਉੱਥੇ ਅਨੇਕਾਂ ਹੀ ਆਵਾਜ਼ਾਂ ਪ੍ਰਗਟ ਹੁੰਦੀਆਂ, ਅਰਥਾਤ ਕਿ ਗਿਣਤੀ 5 ਤੋਂ ਵੀ ਵੱਧ ਚਲੇ ਜਾਂਦੀ ਹੈ।
ਪਰ ਪੰਜਾਂ ਸ਼ਬਦਾਂ ਦੇ ਵਿੱਚ ਜਦੋਂ 5 ਸ਼ਬਦ ਤੁਸੀਂ ਐਨ ਸੁਣਨ ਲੱਗ ਪੈਂਦੇ ਆ, ਅਵਸਥਾ ਸਨਮੁਖ ਹੋਣ ਵਾਲੀ ਬਣ ਜਾਂਦੀ ਹੈ। ਉੱਥੇ ਨਾਲ ਦੱਸਿਆ ਹੁੰਦਾ ਕਿ ਪ੍ਰਮਾਤਮਾ ਦਾ ਰੂਪ ਜਿਵੇਂ ਮਸਤਕ ਪਦਮ ਦਵਾਲੇ ਮਣੀ ਮਾਹੀ ਨਿਰੰਜਨ ਤ੍ਰੇ ਪਵਨ ਧਣੀ, ਕਿ ਉੱਥੇ ਪ੍ਰਮਾਤਮਾ ਦਾ ਵਾਸਾ ਆ। ਜਦੋਂ ਸਾਡਾ ਮਨ ਨੱਚਦਾ ਆ ਪ੍ਰਮਾਤਮਾ ਦੇ ਅੱਗੇ ਅਤੇ ਬਾਂਸਰੀ ਦੀ ਆਵਾਜ਼ ਕੰਨਾਂ ਦੇ ਵਿੱਚ ਆਉਂਦੀ ਆ, ਉੱਥੇ ਵੀ ਫਿਰ ਸਨਮੁਖ ਹੋ ਕੇ ਨੱਚਦਾ ਆ, ਅਰਥਾਤ ਕਿ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਆ। ਇੱਥੇ ਗੁਰੂ ਗੋਬਿੰਦ ਸਿੰਘ ਜੀ ਫਿਰ ਸਾਨੂੰ ਬਚਿੱਤਰ ਨਾਟਕ ਦੇ ਵਿੱਚ ਪੰਜਾਂ ਸ਼ਬਦਾਂ ਦਾ ਜ਼ਿਕਰ ਕਰਦੇ ਆ। ਹੁਣ ਜਿਵੇਂ ਵਿਚਾਰ ਕੀਤੀ ਸੀਗੀ, ਡਿਪੈਂਡ ਕਰਦਾ ਕਿ ਤੁਹਾਡੀ ਸੁਰਤੀ ਦਾ ਕਿੱਥੇ ਟਿਕਾਓ ਹੁੰਦਾ ਆ। ਮਹਾਰਾਜ ਕਹਿੰਦੇ ਕਣੰਗ ਕੰਠ ਬਾਜੰਗ ਧੁਣੰਗ ਮੇਘ ਲਾਜੰਗ, ਕਹਿੰਦੇ ਕਿ ਘੰਟੇ ਦੀ ਆਵਾਜ਼ ਆਉਂਦੀ ਆ ਐਸੀ ਕਿ ਜਿਹੜੇ ਸਾਡੇ ਆ ਬਾਹਰਲੇ ਬੱਦਲ ਜਦੋਂ ਗਰਜਦੇ ਆ ਨਾ, ਇਹਨਾਂ ਨੂੰ ਵੀ ਸੰਗ ਲੱਗੇ ਉਸ ਆਵਾਜ਼ ਦੇ ਸਾਹਮਣੇ, ਇਹਨਾਂ ਨੂੰ ਵੀ ਸ਼ਰਮ ਮਹਿਸੂਸ ਹੋਵੇ, ਕਿਉਂਕਿ ਇਹਨਾਂ ਦੀ ਆਵਾਜ਼ ਉੱਡੀ ਨਹੀਂ। ਭਿਓ ਸਦ ਏਵੰਗ ਹੜਿਓ ਨੀਰ ਤੇਵੰਗ, ਕਹਿੰਦੇ ਫਿਰ ਐਸੀ ਆਵਾਜ਼ ਆਉਂਦੀ ਆ ਜਿਵੇਂ ਸਮੁੰਦਰ ਦੀਆਂ ਲਹਿਰਾਂ ਉੱਠ ਕੇ ਖੜੀਆਂ ਹੁੰਦੀਆਂ ਅਤੇ ਸਮੁੰਦਰ ਦੇ ਵਿੱਚ ਸਮਾਉਂਦੀਆਂ ਆ, ਅਤੇ ਉਹ ਜਿਹੜੀ ਆਵਾਜ਼ ਕ੍ਰੀਏਟ ਹੁੰਦੀ ਹੈ ਵੇਵਸ ਦੇ ਨਾਲ, ਉਹ ਵੀ ਆਵਾਜ਼ ਪ੍ਰਗਟ ਹੁੰਦੀ ਆ। ਫਿਰ ਕਹਿੰਦੇ ਕੁਰੰਗ ਕੁੰਗਰੇਅੰਗ ਧੁਣੰਗ ਨੇਵਰੇਅੰਗ, ਕਹਿੰਦੇ ਕਿ ਘੁੰਗਰੂ ਦੀ ਆਵਾਜ਼ ਆਉਂਦੀ ਹੈ, ਜਿਹੜੇ ਘੁੰਗਰੂ ਹੁੰਦੇ ਆ ਲੜਕੀਆਂ ਪਾਉਂਦੀਆਂ, ਜਿਹੜੇ ਐਂਕਲੇਟਸ ਹੁੰਦੇ ਆ ਝਾਂਜਰਾਂ, ਉਹਨਾਂ ਦੀ ਵੀ ਆਵਾਜ਼ ਆ ਰਹੀ ਹੈ। ਮਹਾਨਾਦ ਨਾਦੰਗ ਸੁਰੰਗ ਨਿਰਬਿਖਾਦੰਗ, ਕਹਿੰਦੇ ਇੱਕ ਮਹਾਨਾਦ ਦੀ ਆਵਾਜ਼ ਆਉਂਦੀ ਹੈ। ਫਿਰ ਮਹਾਰਾਜ ਕਹਿੰਦੇ ਆ ਸਿਰੰਗ ਮਾਲ ਰਾਜੰਗ ਲਖੇ ਰੁਦਰ ਲਾਜੰਗ, ਕਹਿੰਦੇ ਮਹਾਰਾਜ ਨੇ ਹੁਣ ਇੱਥੇ ਧਿਆਨ ਨਾਲ ਵਿਚਾਰਨੀ ਹੈ ਗੱਲ। ਮਹਾਰਾਜ ਕਹਿੰਦੇ ਆ ਕਿ ਉਸ ਸੱਚੇ ਪਾਤਸ਼ਾਹ ਨੇ ਸਿਰਾਂ ਦੀ ਮਾਲਾ ਪਰੋਈ ਹੋਈ ਆ, ਜਿਹਨੂੰ ਦੇਖ ਕੇ ਸ਼ਿਵ ਰੁਦਰ ਉਹਨੂੰ ਵੀ ਸੰਗ ਲੱਗੇ, ਕਿਉਂਕਿ ਉਹਦੀ ਮਾਲਾ ਵੀ ਏਡੀ ਵੱਡੀ ਨਹੀਂ। ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਕਿ ਲੋਕੀ ਸ਼ਿਵ ਜੀ ਦੀ ਆਰਾਧਨਾ ਕਰਦੇ ਆ ਉਹਨਾਂ ਸਮਿਆਂ ਦੇ ਵਿੱਚ, ਅਤੇ ਸ਼ਿਵ ਜੀ ਦੀ ਅਕਸਰ ਜਦੋਂ ਇੱਦਾਂ ਲੋਕੀ ਫੋਟੋ ਬਣਾਉਂਦੇ ਆ ਜਾਂ ਉਹਦੀ ਮੂਰਤੀ ਬਣਾਉਂਦੇ ਆ, ਉਹਦੇ ਗਲੇ ਦੇ ਵਿੱਚ ਮਾਲਾ ਪਾ ਦਿੰਦੇ ਆ ਜਿੱਥੇ ਸਕਲਜ਼ ਟੰਗੇ ਹੁੰਦੇ ਆ, ਜਿਹੜੇ ਹਿਊਮਨ ਹੈਡਸ ਆ ਉਹਨਾਂ ਨੂੰ ਪਰੋਇਆ ਹੁੰਦਾ ਆ। ਅਤੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਿ ਸਿਰੰਗ ਮਾਲ ਰਾਜੰਗ ਲਖੇ ਰੁਦਰ ਰਾਜੰਗ, ਕਿ ਪ੍ਰਮਾਤਮਾ ਨੇ ਵੀ ਐਸੇ ਹੀ ਸਾਡੇ ਸਾਰੇ ਸਿਰਾਂ ਨੂੰ ਉਸ ਨਾਮ ਦੁਆਰਾ ਪਰੋਇਆ ਹੋਇਆ ਹੈ। ਜਿੰਨੇ ਵੀ ਅਸੀਂ ਜੀਵ ਹਾਂ, ਸਾਡੇ ਇਸ ਦਸਮ ਦੁਆਰ ਦੇ ਵਿੱਚ ਉਹ ਸਾਰਿਆਂ ਨਾਲੋਂ ਉੱਪਰਲਾ ਹਿੱਸਾ ਹੈ ਸਾਡੇ ਸਰੀਰ ਦਾ, ਅੱਖਾਂ ਤੋਂ ਉੱਪਰ, ਇਹਦੇ ਵਿੱਚ ਉਹ ਨਾਮ ਸਾਨੂੰ ਪ੍ਰਗਟ ਹੋ ਕੇ ਸੁਣਾਈ ਦਿੰਦਾ ਹੈ, ਅਤੇ ਉਸੇ ਨਾਮ ਦੁਆਰਾ ਸਾਨੂੰ ਸਾਰਿਆਂ ਨੂੰ ਪਰੋਇਆ ਹੋਇਆ ਹੈ। ਅਤੇ ਇਹਨੂੰ ਦੇਖ ਕੇ ਕਹਿੰਦੇ ਸ਼ਿਵ ਜੀ ਨੂੰ ਵੀ ਲਾਜ ਆਉਂਦੀ ਆ, ਉਹਨੂੰ ਵੀ ਸ਼ਰਮ ਮਹਿਸੂਸ ਹੁੰਦੀ ਆ, ਕਿਉਂਕਿ ਉਹਦੀ ਮਾਲਾ ਤਾਂ ਪ੍ਰਮਾਤਮਾ ਦੇ ਸਾਹਮਣੇ ਬਹੁਤ ਛੋਟੀ ਆ। ਫੇਰ ਮਹਾਰਾਜ ਕਹਿੰਦੇ ਸੁਭੰਗ ਚਾਰ ਚਿਤਰੰਗ ਪਰਮੰਗ ਪਵਿੱਤਰੰਗ, ਕਹਿੰਦੇ ਜਦੋਂ ਐਸੀ ਅਵਸਥਾ ਆਉਂਦੀ ਹੈ, ਜਦੋਂ ਇੱਦਾਂ ਅਸੀਂ ਸ਼ਬਦਾਂ ਨੂੰ ਸੁਣਦੇ ਹਾਂ, ਅਤੇ ਇੱਕ ਬਹੁਤ ਸੁੰਦਰ ਸਾਨੂੰ ਦਰਸ਼ਨ ਹੁੰਦੇ ਆ ਉਸ ਮਾਲਕ ਦੇ ਪ੍ਰਕਾਸ਼ ਰੂਪ ਦੇ ਵਿੱਚ। ਸੁਭੰਗ ਚਾਰ ਚਿਤਰੰਗ, ਐਸੇ ਦਰਸ਼ਨ ਹੁੰਦੇ ਆ ਪ੍ਰਮਾਤਮਾ ਦੇ ਜੋ ਪਰਮ ਪਵਿੱਤਰ ਆ। ਮਹਾਰਾਜ ਕਹਿੰਦੇ ਆ ਫਿਰ ਉਹ ਪ੍ਰਮਾਤਮਾ ਗਰਜਦਾ ਆ, ਮਹਾਂ ਗਰਜ ਗਰਜੰਗ ਸੁਨੈ ਦੂਤ ਲਰਜੰਗ, ਮਹਾਰਾਜ ਕਹਿੰਦੇ ਆ ਉਹ ਪ੍ਰਮਾਤਮਾ ਗੱਜਦਾ ਆ। ਜਿਵੇਂ ਹੁਣੇ ਵਿਚਾਰ ਕੀਤੀ ਸੀ ਕਿ ਅਨੰਦ ਮੂਲ ਰਾਮ ਸਭ ਦੇਖਿਆ ਗੁਰ ਸਭ ਦੀ ਗੋਵਿੰਦ ਗੱਜਿਆ, ਅਤੇ ਉਹ ਪਰਮ ਪਵਿੱਤਰ ਆ ਉਹ ਪ੍ਰਮਾਤਮਾ, ਅਤੇ ਉਹਦੇ ਜਦੋਂ ਗਰਜ ਸੁਣਦੇ ਆ ਦੂਤ, ਅਤੇ ਉਹ ਬਿਲਕੁਲ ਡਰ ਜਾਂਦੇ ਆ। ਜੋ ਅੱਗੇ ਵੀ ਵਿਚਾਰ ਕੀਤੀ ਹੈ, ਗੁਰਬਾਣੀ ਵਿੱਚ ਦੱਸਿਆ ਹੋਇਆ ਹੈ ਕਿ ਜਿਹੜੇ ਦੂਤ ਆ ਕਿ ਸੁਣ ਕੇ ਜਮ ਕੇ ਦੂਤ ਨਾ ਆਏ ਤੇ ਰਹਿ ਛੱਡ ਜਾਏ, ਕਿ ਜਦੋਂ ਉਹ ਨਾਮ ਨੂੰ ਸੁਣਦੇ ਆ ਅਤੇ ਉਹਨਾਂ ਨੂੰ ਸੁਣਾਈ ਦਿੱਤਾ ਜਾਂਦਾ ਨਾਮ ਜਿਹੜਾ ਪ੍ਰਮਾਤਮਾ ਦਾ ਆਵਾਜ਼ ਆ, ਅਤੇ ਇਹ ਭੱਜ ਜਾਂਦੇ ਆ। ਫਿਰ ਮਹਾਰਾਜ ਕਹਿੰਦੇ ਸਰਬੰਗ ਸਰੌਣ ਸੋਹੰਗ ਮਹਾ ਮਾਨ ਮੋਹੰ, ਕਹਿੰਦੇ ਬੜਾ ਮੋਹਣਾ ਰੂਪ ਆ, ਸਾਡੇ ਮਨ ਨੂੰ ਮੋਹ ਲੈਂਦਾ ਆ। ਹੁਣ ਇੱਥੇ ਜੇ ਅਸੀਂ ਗਿਣਤੀ ਕਰਦੇ ਹਾਂ, ਇੱਥੇ ਵੀ ਪੰਜਾਂ ਸ਼ਬਦਾਂ ਦਾ ਜ਼ਿਕਰ ਆਉਂਦਾ ਆ। ਮਹਾਰਾਜ ਨੇ ਘੰਟੇ ਦੀ ਆਵਾਜ਼ ਦੀ ਗੱਲ ਕੀਤੀ ਹੈ, ਫਿਰ ਉਹ ਜਿਹੜੇ ਲਹਿਰਾਂ ਉੱਠਦੀਆਂ ਸਮੁੰਦਰ ਦੇ ਵਿੱਚ, ਫਿਰ ਸਮੁੰਦਰ 'ਚ ਸਮਾ ਜਾਂਦੀ, ਉਹਦੀ ਆਵਾਜ਼ ਦੀ ਗੱਲ ਕੀਤੀ ਹੋਈ ਆ। ਫਿਰ ਘੁੰਗਰੂ ਦੀ ਆਵਾਜ਼, ਘੁੰਗਰੂ ਦੇ ਵਿੱਚ ਜਿਹੜੇ ਐਂਕਲੇਟਸ ਹੁੰਦੇ ਝਾਂਜਰਾਂ, ਉਹ ਵੀ ਆਵਾਜ਼ ਤਕਰੀਬਨ ਇੱਕੋ ਜਿਹੀ ਹੋ ਜਾਂਦੀ, ਜਦੋਂ ਮੱਧਮ ਹੁੰਦੀ ਆ
ਇੱਦਾਂ ਲੱਗਦਾ ਜਿਵੇਂ ਝਾਂਜਰਾਂ ਦੀ ਆਵਾਜ਼ ਹੈ, ਫਿਰ ਜਿਉਂ ਜਿਉਂ ਉੱਚੀ ਹੁੰਦੀ ਇੱਦਾਂ ਲੱਗਦਾ ਘੁੰਗਰੂ। ਇਹ ਫਿਰ ਸਮਝੋ ਮਹਾਰਾਜ ਨੇ ਉਹੀ ਅਵਸਥਾ ਦੀ ਗੱਲ ਕੀਤੀ ਹੈ। ਤਾਂ ਇਹ ਡਿਪੈਂਡ ਕਰਦਾ ਕਿ ਸੁਰਤੀ ਤੁਹਾਡੀ ਕਿੱਥੇ ਟਿਕਾਓ ਕਰਦੀ। ਫਿਰ ਨਾਦ ਚੱਲਦਾ, ਇਹੀ ਸਹਿਜ ਧੁਨ ਜਦੋਂ ਭਾਰੀ ਆਵਾਜ਼ ਪ੍ਰਗਟ ਹੁੰਦੀ ਹੈ, ਇਹੀ ਸਹਿਜ ਧੁਨ ਉਹ ਭਾਰੀ ਆਵਾਜ਼ ਬਣ ਜਾਂਦੀ ਆ। ਕਈ ਵਾਰੀ ਕੀ ਹੁੰਦਾ, ਸਹਿਜ ਧੁਨ ਨੂੰ ਅਸੀਂ ਸੁਣਦੇ ਸੁਣਦੇ ਹੋਰ ਡੂੰਘੇ ਚੱਲ ਜਾਂਦੇ ਆ, ਸੁਣ 'ਚ ਸਮਾਈ ਜਾਂਦੇ ਆ ਉਨਮਨ ਦੇ ਵਿੱਚ। ਫਿਰ ਉਹੀ ਸਹਿਜ ਧੁਨ ਨਾਦ ਦੇ ਰੂਪ ਦੇ ਵਿੱਚ ਪ੍ਰਗਟ ਹੁੰਦੀ ਆ। ਉਹੀ ਨਾਦ ਫਿਰ ਗਾਂਹ ਜਾ ਕੇ ਤੂਰ ਵੀ ਬਣਦਾ ਆ। ਇੱਥੇ ਫਿਰ ਮਹਾਰਾਜ ਨੇ ਨਾਦ ਦੀ ਗੱਲ ਕੀਤੀ ਹੈ, ਅਤੇ ਫਿਰ ਮਹਾਰਾਜ ਨੇ ਕਿਹਾ ਕਿ ਪ੍ਰਮਾਤਮਾ ਗੱਜਦੇ ਆ। ਇਹ ਵੀ ਪੰਜਾਂ ਸ਼ਬਦਾਂ ਦੇ ਵਿੱਚ ਵਿੱਚ ਤੁਹਾਡਾ ਮਿਲਾਪ ਹੋ ਜਾਂਦਾ, ਅਰਥਾਤ ਕਿ ਪੰਜਾਂ ਸ਼ਬਦਾਂ ਦੇ ਵਿੱਚ ਵਿੱਚ ਹੀ ਸਾਡਾ ਮਨ ਸਨਮੁਖ ਹੋ ਜਾਂਦਾ। ਸੋ ਇਹ ਯਾਦ ਰੱਖਣਾ ਕਿ ਅਸੀਂ ਅਭਿਆਸ ਕਰਨਾ ਹੈ ਅਤੇ ਪੰਜਾਂ ਸ਼ਬਦਾਂ ਨੂੰ ਸੁਣਨਾ ਹੈ। ਇੱਕ ਸਮਾਂ ਸੀ ਕਿ ਲੋਕ ਕਹਿੰਦੇ ਸੀਗੇ ਕਿ ਪੰਜਾਂ ਸ਼ਬਦਾਂ ਦੀ ਗੱਲ, ਜਿਹੜੇ ਵਿਦਵਾਨ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੈਗਾ। ਮਹਾਰਾਜ ਕਹਿੰਦੇ ਆ ਕਿ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਨ, ਪੰਚੇ ਸੋਹੇ ਦਰ ਰਾਜਨ ਪੰਚਾ ਕਾ ਗੁਰ ਏਕ ਧਿਆਨ। ਕਿ ਇਹ ਜਿਹੜੇ ਪੰਜ ਸ਼ਬਦ ਆ ਇਹੀ ਆ ਜਿਹੜੇ ਪ੍ਰਵਾਨ ਆ, ਇਹ ਪ੍ਰਮਾਤਮਾ ਦੇ ਦਰ 'ਤੇ ਸੌਂਦੇ ਆ, ਸੋਭਦੇ ਆ, ਉੱਥੇ ਇਹ ਸੁਣਾਈ ਦਿੰਦੇ ਆ ਪ੍ਰਮਾਤਮਾ ਦੇ ਦਰ 'ਤੇ। ਅਤੇ ਜਦੋਂ ਅਸੀਂ ਇੱਕ ਧਿਆਨ ਲਾਉਂਦੇ ਹਾਂ, ਸਮਝੋ ਅਸੀਂ ਇਸ ਸ਼ਬਦ ਗੁਰੂ ਨਾਲ ਜੁੜ ਰਹੇ ਹਾਂ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਇਹ ਪੰਜਾਂ ਸ਼ਬਦਾਂ ਰਾਹੀਂ ਅਸੀਂ ਪ੍ਰਮਾਤਮਾ ਨਾਲ ਮਿਲਾਪ ਕਰਨਾ। ਹੁਣ ਜਿਹੜੇ ਵਿਦਵਾਨ ਹੁੰਦੇ ਆ ਉਹ ਇਸ ਗੱਲ ਨੂੰ ਸਮਝਦੇ ਨਹੀਂ, ਉਹ ਪੰਜ ਦਾ ਕੋਈ ਹੋਰ ਹੀ ਅਰਥ ਕਰਦੇ ਰਹਿੰਦੇ ਆ, ਕਿਉਂਕਿ ਉਹ ਪ੍ਰੈਕਟੀਕਲ ਨਹੀਂ ਕੀਤਾ ਹੁੰਦਾ। ਸੋ ਹੋਰ ਰਾਹ ਲੱਭਣ ਦੀ ਲੋੜ ਨਹੀਂ ਹੈ। ਮਹਾਰਾਜ ਨੇ ਸਾਨੂੰ ਸਿੱਧਾ ਮਾਰਗ ਦੱਸਿਆ ਹੋਇਆ ਹੈ ਕਿ ਸ਼ਬਦਾਂ ਦੇ ਵਿੱਚ ਸੁਰਤੀ ਜੋੜ ਕੇ ਅਸੀਂ ਪ੍ਰਮਾਤਮਾ ਨਾਲ ਮਿਲਾਪ ਕਰਨਾ। ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਕੋਈ ਬੋਲਦਿਆਂ ਹੋਇਆਂ ਅੱਖਰਵਾਦਾ ਘਾਟਾ ਭੁਲਚਕ ਹੋ ਗਿਆ ਹੋਵੇ, ਮੈਨੂੰ ਅਣਜਾਣ ਸਮਝ ਕੇ ਮੁਆਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।